ਪੰਜਾਬ ਦੀ ਰਾਜਨੀਤੀ ਨੂੰ ਅੱਜ ਦੇ ਟਾਈਮ ਦੇ ਵਿੱਚ 2023 ਦੇ ਵਿੱਚ ਤੁਸੀਂ ਕਿੱਥੇ ਖੜਾ ਮਹਿਸੂਸ ਕਰਦੇ ਹੋ ਵੀ ਕਿੱਥੇ ਖੜੀ ਹੈ ਰਾਜਨੀਤੀ? 1966 ਦੇ ਬਾਅਦ ਖਾਸ ਤੌਰ ਤੇ ਜਿਸ ਵੇਲੇ ਪੰਜਾਬੀ ਸੂਬਾ ਬਣਿਆ ਤੇ ਹਰਿਆਣਾ ਸੈਪਰੇਟ ਹੋ ਗਿਆ, ਚੰਡੀਗੜ੍ਹ ਯੂਟੀ ਬਣ ਗਿਆ ਜੀ। ਉਸ ਤੋਂ ਬਾਅਦ ਇਹਦੀ ਰਾਜਨੀਤੀ ਜਿਹੜੀ ਸੀਗੀ ਬਦਲਦੀ ਚਲੀ ਗਈ। ਅਕਾਲੀ ਦਲ ਦੇ ਨਾਲ ਜਨਸੰਘ ਜਾਂ ਬੀਜੇਪੀ ਇਕੱਠੇ ਹੋ ਕੇ ਸਰਕਾਰਾਂ ਬਣਾਉਂਦੇ ਰਹੇ। ਕੋਈ ਵੀ ਪੋਲੀਟੀਕਲ ਪਾਰਟੀ अगर वो इस तरह के वादे करके कि असी जी लैपटॉप दे देंगे, असी 1000 रुपया दे देंगे, असी बिजली मुफ्त देंगे, असी पानी मुफ्त, जो भी वादे किए जाते हैं जी। देखो ये सारिया चीज़ां डिपेंड करदियां हैं कि क्या तुहाडी जेब दे विच पैसे हैगे। एक पासे तुसीं कहने हो कि बच्चे साडे कनेडा नूं भज्जी जांदे हैं जी, असीं उन्हां नूं वापस लिआवांगे। जद वापस किवें लिआओगे जद इत्थे उन्होंने नेरा नज़र आए। साडा जिहड़ा नौजवान है वो भज रहा है और बिहार ते यूपी का नौजवान इत्थे आके घर कर रहा है। जिस वेले तुसीं MLA बनाने हो, उस MLA दे नाल वो 1.5 लाख 2 लाख वोटर जिहड़ा हैगा ਉਹਦੀਆਂ ਉਮੀਦਾਂ ਹੈਗੀਆਂ कि वो विधान सभा ਦੇ ਵਿੱਚ ਜਾ ਕੇ ਹਲਕੇ ਦੇ ਬਾਰੇ ਜਾਂ ਸਟੇਟ ਦੇ ਬਾਰੇ ਕੋਈ ਗੱਲ ਕਰੇਗਾ। ਬਿਲਕੁਲ ਜੀ। ਉੱਥੇ ਕੀ ਹੁੰਦਾ ਹੈ, ਉੱਥੇ ਇੱਕ ਦੂਸਰੇ ਦੇ ਖਿਲਾਫ ਲਾਂਛਨਬਾਜ਼ੀ, ਇਲਜ਼ਾਮਬਾਜ਼ੀ, ਉਹਦੇ ਉੱਪਰ ਹੀ ਉਹ ਲੜਾਈ ਝਗੜਾ। ਉਸ ਤੋਂ ਬਾਅਦ ਐਡਜਰਨ ਹੋ ਗਿਆ, ਹਾਊਸ ਖਤਮ ਹੋ ਗਿਆ, ਚਲੋ ਜੀ। ਜਿਹੜੇ ਵਿਰੋਧੀ ਧਿਰ ਦੇ ਵਿੱਚ ਵੱਡੇ ਲੀਡਰ ਨੇ, ਜੇ ਖਾਸ ਕਰਕੇ ਆਪਾਂ ਡਿਪਟੀ ਸੀਐਮ ਜਿਹੜੇ ਐਕਸ ਨੇ ਸੁਖਬੀਰ ਸਿੰਘ ਬਾਦਲ, ਉਹ ਖੇਤਰੀ ਪਾਰਟੀ ਦੇ ਪ੍ਰਧਾਨ ਵੀ ਨੇ। ਪ੍ਰਤਾਪ ਸਿੰਘ ਬਾਜਵਾ ਦੀ ਗੱਲ ਕਰ ਲਈ, ਉਹ LOP ਵੀ ਨੇ। ਅਮਰਿੰਦਰ ਸਿੰਘ ਰਾਜਾ ਵੜਿੰਗ, ਉਹ ਇੱਕ ਨੈਸ਼ਨਲ ਪਾਰਟੀ ਦੇ ਇੱਥੇ ਕਾਂਗਰਸ ਦੀ ਨੁਮਾਇੰਦਗੀ ਕਰਦੇ ਨੇ। ਇਹ ਜਿਹੜੇ ਲੋਕ ਨੇ, ਨਵਜੋਤ ਸਿੰਘ ਸਿੱਧੂ ਦੀ ਵੀ ਗੱਲ ਆਉਂਦੀ ਹੈ। ਉਹ ਜਿਹੜੀਆਂ ਇੱਕ ਤਸਵੀਰਾਂ ਆਈਆਂ, ਚਲੋ ਜੱਫੀਆਂ ਵੀ ਪੈ ਗਈਆਂ, ਸਾਰਾ ਕੁਝ ਹੋ ਗਿਆ, ਪਰ ਤੁਹਾਨੂੰ ਲੱਗਦਾ ਹੈਗਾ ਵੀ ਉਹ ਉੱਥੇ ਖੜੇ ਨੇ, ਜਾਂ ਉਹਨਾਂ ਨੇ ਵੀ ਜਿਵੇਂ ਸੋਸ਼ਲ ਮੀਡੀਆ ਤੇ ਅੱਜ ਕੋਈ ਨੌਜਵਾਨ ਉੱਠ ਕੇ ਜੇ ਉਹ ਹਾਸੀ ਮਜ਼ਾਕ ਵਾਲੇ ਵਿਅੰਗ ਕਰ ਰਿਹਾ ਜਾਂ ਉੱਦਾਂ ਦੀਆਂ ਚੀਜ਼ਾਂ ਨੂੰ ਹੀ ਉਹ ਸੀਰੀਅਸ ਲੈਣ ਲੱਗ ਗਏ ਵੀ ਉਹ ਚੀਜ਼ ਹੀ ਅਸੀਂ ਕਰਨੀ ਆ, ਕਿ ਸਟੇਟ ਲਈ ਸੋਚਣਾ ਗਾ, ਕਿ ਬਸ ਨਿੱਜੀ ਦੇਖਣਾ ਗਾ? ਕਿਸੇ ਨੂੰ ਮਜ਼ਾਕ ਕਰਨਾ, ਕਿਸੇ ਨੂੰ ਆਪਾਂ ਨੇ ਤੰਜ਼ ਕਰਨਾ, ਇਹ ਸਾਰੀਆਂ ਚੀਜ਼ਾਂ ਚੱਲਦੀਆਂ ਹਨ। ਲੇਕਿਨ ਉਹਦਾ ਜਵਾਬ ਵੀ ਤੰਜ਼ ਦੇ ਵਿੱਚ, ਉਹਦਾ ਜਵਾਬ ਇਹ ਨਹੀਂ ਹੈ ਕਿ ਮੈਨੇ ਤੰਜ਼ ਕਰਤਾ ਹੈ ਕਿ ਤੈਨੇ ਪੁਲਿਸ ਭੇਜਦੀ, ED ਭੇਜਦੀ। ਸਤਿ ਸ਼੍ਰੀ ਅਕਾਲ ਜੀ, ਮੈਂ ਰਤਨਦੀਪ ਸਿੰਘ ਧਾਲੀਵਾਲ ਸਵਾਗਤ ਕਰਦੇ ਹਾਂ। ਇੱਕ ਹੋਰ ਖਾਸ ਮੁਲਾਕਾਤ ਲੈ ਕੇ ਹਾਜ਼ਰ ਹੋਏ ਹਾਂ। ਰਾਜਨੀਤੀ ਬਾਰੇ ਬਹੁਤ ਸਾਰੀਆਂ ਚਰਚਾਵਾਂ ਚੱਲਦੀਆਂ ਆਈਆਂ, ਪਿਛਲੇ ਸਮੇਂ ਤੋਂ ਹੀ ਚੱਲਦੀਆਂ ਆਈਆਂ ਤੇ ਚੱਲਣੀਆਂ ਵੀ ਚਾਹੀਦੀਆਂ ਆਈਆਂ। ਪਰ ਅੱਜ ਦੇ ਟਾਈਮ ਦੇ ਵਿੱਚ ਜੇ ਅਸੀਂ ਪੰਜਾਬ ਦੀ ਰਾਜਨੀਤੀ ਨੂੰ ਦੇਖ ਰਹੇ ਹਾਂ ਤਾਂ ਬਹੁਤ ਸਾਰੀਆਂ ਚੀਜ਼ਾਂ ਸਾਹਮਣੇ ਆ ਰਹੀਆਂ। ਖਾਸ ਕਰਕੇ ਜਿਹੜਾ ਪੰਜਾਬ ਦਾ ਨੌਜਵਾਨ ਆ, ਉਹ ਇਹ ਵੀ ਦੇਖ ਰਿਹਾ ਹੈਗਾ ਵੀ ਪੰਜਾਬ ਦੇ ਵਿੱਚ ਉਹੋ ਜਿਹਾ ਕੋਈ ਚਿਹਰਾ ਨਹੀਂ ਬਚਿਆ ਜਿਹਨੂੰ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਚੁਣ ਸਕੀਏ। ਹਾਲਾਂਕਿ ਅੱਜ ਦਾ ਨੌਜਵਾਨ ਜਾਂ ਅੱਜ ਦੇ ਬਾਪੂ ਰੁਚੀ ਰੱਖਦੇ ਨੇ ਰਾਜਨੀਤੀ ਦੇ ਵਿੱਚ, ਪਰ ਉਹ ਕਹਿੰਦੇ ਆ ਵੀ ਸਭ ਨੂੰ ਅਸੀਂ ਅਜਮਾ ਕੇ ਦੇਖ ਲਿਆ, ਸਾਡੇ ਹੱਕ ਦੀ ਗੱਲ ਕੋਈ ਨਹੀਂ ਕਰਦਾ। ਪਰ ਅੱਜ ਦਾ ਰਾਜਨੀਤਿਕ ਆਗੂ ਖੜਾ ਕਿੱਥੇ ਆ, ਉਹ ਕੀ ਸੋਚ ਰਿਹਾ? ਖਾਸ ਕਰਕੇ ਜਿਹੜੇ ਤਜਰਬੇਕਾਰ ਰਾਜਨੀਤਿਕ ਲੀਡਰ ਨੇ, ਕੀ ਉਹਨਾਂ ਨੇ ਸਿੱਖਿਆ ਗਾ ਰਾਜਨੀਤੀ ਤੋਂ ਕੁਛ, ਜਾਂ ਫਿਰ ਉਹ ਵੀ ਲੋਕਾਂ ਨੂੰ ਸਿਰਫ ਬੁੱਧੂ ਬਣਾ ਰਹੇ ਨੇ? ਇਹਦੇ ਬਾਰੇ ਅਸੀਂ ਗੱਲਬਾਤ ਕਰਾਂਗੇ। ਅੱਜ ਅਸੀਂ ਮੌਜੂਦ ਹਾਂ ਡਾਕਟਰ ਮੁਹੰਮਦ ਖਾਲਿਦ ਜੀ ਕੋਲ। ਪੋਲੀਟੀਕਲ ਦੀ ਗੱਲ ਹੁੰਦੀ ਆ ਜਾਂ ਪੋਲੀਟਿਕਸ ਦੀ ਗੱਲ ਹੁੰਦੀ ਆ, ਇਹਨਾਂ ਦਾ ਲੰਬਾ ਜਿਹੜਾ ਇੱਕ ਤਜਰਬਾ ਗਾ, ਬੱਚਿਆਂ ਨੂੰ ਪੜ੍ਹਾਉਂਦੇ ਵੀ ਰਹੇ ਨੇ ਤੇ ਇਹ ਇੱਕ ਹੋਰ ਅੱਖ ਦੇ ਨਾਲ ਜਾਂ ਹੋਰ ਨਜ਼ਰੀਏ ਦੇ ਨਾਲ ਸਾਰੀ ਚੀਜ਼ ਨੂੰ ਦੇਖਦੇ ਨੇ। ਡਾਕਟਰ ਸਾਹਿਬ ਸਵਾਗਤ ਆ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਠੀਕ ਠਾਕ ਹੋ? ਠੀਕ ਹੈ ਜੀ, ਬੜੀਆ ਜੀ। ਸਭ ਤੋਂ ਮੇਰਾ ਪਹਿਲਾ ਸਵਾਲ ਤਾਂ ਇਹੀ ਹੈ ਜੀ, ਤੁਸੀਂ 40 ਸਾਲ ਦੇ ਲਗਭਗ ਤੁਸੀਂ ਇੱਥੇ ਪੰਜਾਬ ਯੂਨੀਵਰਸਿਟੀ ਦੇ ਵਿੱਚੋਂ, ਤੁਹਾਡਾ ਲੰਬਾ ਇੱਕ ਤਜਰਬਾ ਗਾ। ਜੀ। ਪੰਜਾਬ ਦੀ ਰਾਜਨੀਤੀ ਨੂੰ ਅੱਜ ਦੇ ਟਾਈਮ ਦੇ ਵਿੱਚ 2023 ਦੇ ਵਿੱਚ ਤੁਸੀਂ ਕਿੱਥੇ ਖੜਾ ਮਹਿਸੂਸ ਕਰਦੇ ਹੋ ਵੀ ਕਿੱਥੇ ਖੜੀ ਹੈ ਰਾਜਨੀਤੀ? ਇੱਕ ਲੰਬੇ ਸਮੇਂ ਤੋਂ ਪੰਜਾਬ ਦੀ ਜਿਹੜੀ ਰਾਜਨੀਤੀ ਹੈ ਉਹ ਡਿਫਰੈਂਟ ਪੜਾਵਾਂ ਦੇ ਵਿੱਚੋਂ ਲੰਘੀ ਹੈਗੀ ਹੈ ਜੀ। ਕਿਸੇ ਵੇਲੇ ਜਿਸ ਵੇਲੇ ਆਪਾਂ ਦੇਖਦੇ ਹਾਂ 1966 ਦੇ ਬਾਅਦ ਖਾਸ ਤੌਰ ਤੇ ਜਿਸ ਵੇਲੇ ਪੰਜਾਬੀ ਸੂਬਾ ਬਣਿਆ ਤੇ ਹਰਿਆਣਾ ਸੈਪਰੇਟ ਹੋ ਗਿਆ, ਚੰਡੀਗੜ੍ਹ ਯੂਟੀ ਬਣ ਗਿਆ ਜੀ। ਉਸ ਤੋਂ ਬਾਅਦ ਇਹਦੀ ਰਾਜਨੀਤੀ ਜਿਹੜੀ ਸੀਗੀ ਬਦਲਦੀ ਚਲੀ ਗਈ। ਅਕਾਲੀ ਦਲ ਦੇ ਨਾਲ ਜਨਸੰਘ ਜਾਂ ਬੀਜੇਪੀ ਇਕੱਠੇ ਹੋ ਕੇ ਸਰਕਾਰਾਂ ਬਣਾਉਂਦੇ ਰਹੇ ਜੀ। ਔਰ ਕਾਂਗਰਸ ਜਿਹੜੀ ਸੀਗੀ ਇੱਕ ਧਿਰ ਹੁੰਦੀ ਸੀਗੀ, ਕਦੇ BSP ਸਾਹਮਣੇ ਆ ਗਈ, ਕਦੇ ਹੋਰ ਦੂਸਰੀਆਂ ਛੁੱਟ-ਪੁੱਟ ਪੋਲੀਟੀਕਲ ਪਾਰਟੀਆਂ ਆਈਆਂ, ਖਤਮ ਹੋ ਗਈਆਂ। ਲੇਕਿਨ ਬੇਸਿਕਲੀ ਦੋ ਧੜੇ ਹੀ
ਜਿਹੜੇ ਸੀਗੇ ਕਾਫੀ ਲੰਬੇ ਸਮੇਂ ਤੋਂ ਰਾਜ ਕਰਦੇ ਰਹੇ ਜੀ। ਇੱਕ ਪਾਸੇ ਅਕਾਲੀ ਦਲ ਤੇ ਬੀਜੇਪੀ ਇਕੱਠੇ ਹੁੰਦੇ ਸੀਗੇ, ਦੂਸਰੇ ਪਾਸੇ ਕਾਂਗਰਸ ਹੁੰਦੀ ਸੀਗੀ। ਉਸ ਤੋਂ ਬਾਅਦ 2014 ਦੇ ਵਿੱਚ ਆਪਾਂ ਨੇ ਦੇਖਿਆ ਕਿ ਇੱਕ ਨਵੀਂ ਸੋਚ ਉੱਭਰੀ, ਉਹ ਸੀਗੀ ਆਮ ਆਦਮੀ ਪਾਰਟੀ। ਆਮ ਆਦਮੀ ਪਾਰਟੀ ਨੂੰ ਲੋਕਾਂ ਨੇ 4 MP ਦਿੱਤੇ 2014 ਦੇ ਇਲੈਕਸ਼ਨ ਦੇ ਵਿੱਚ। ਉਹ ਚਾਰੇ ਖੜੇ ਨਹੀਂ ਰਹਿ ਸਕੇ, ਉਹਨਾਂ ਵਿੱਚੋਂ ਇੱਕ ਹੀ ਰਹਿ ਗਿਆ ਅਖੀਰ ਤੱਕ। ਲੇਕਿਨ ਬਾਅਦ ਦੇ ਵਿੱਚ ਜਿਸ ਵੇਲੇ ਵਿਧਾਨ ਸਭਾ ਦਾ ਇਲੈਕਸ਼ਨ ਹੋਇਆ, ਲੋਕਾਂ ਨੇ ਫੇਰ ਕਿਹਾ ਕਿ ਨਹੀਂ, ਅਸੀਂ ਨਵੇਂ ਤਜਰਬਾ ਕਰਨਾ ਹੈ ਜੀ। ਅਸੀਂ ਜਿਹੜੀਆਂ ਪੁਰਾਣੀਆਂ ਟ੍ਰੈਡੀਸ਼ਨਲ ਪੋਲੀਟੀਕਲ ਪਾਰਟੀਆਂ ਹੈ, ਜਿਹੜੀਆਂ ਕਿ ਵਾਰੀ-ਵਾਰੀ ਸੱਤਾ ਭੋਗਦੀਆਂ ਰਹੀਆਂ, ਉਹਨਾਂ ਨੂੰ ਪਰੇ ਕਰਕੇ ਅਸੀਂ ਇੱਕ ਨਵਾਂ ਤਜਰਬਾ ਕਰਨਾ ਚਾਹੁੰਦੇ ਹਾਂ। ਉਹ ਤਜਰਬਾ ਜਿਹੜਾ ਪਿਛਲੇ ਤੋਂ ਪਿਛਲਾ ਵਿਧਾਨ ਸਭਾ ਦਾ ਚੁਣਾਵ ਸੀਗਾ ਉਹਦੇ ਵਿੱਚ ਹੋਇਆ, ਜਿਹਦੇ ਵਿੱਚ ਆਮ ਆਦਮੀ ਪਾਰਟੀ ਆਪੋਜੀਸ਼ਨ ਬਣ ਗਈ ਜੀ। ਹੁਣ ਆਪੋਜੀਸ਼ਨ ਜਿਹੜੀ ਸੀਗੀ ਉਹ ਤੇ ਇੱਕ ਪਾਸੇ ਅਕਾਲੀ ਦਲ ਦੀ ਆਪੋਜੀਸ਼ਨ, ਉਹ ਆਪਸ 'ਚ ਖਹਿੰਦੇ ਜ਼ਿਆਦਾ ਰਹੇ ਬਜਾਏ ਇਸ ਦੇ ਕਿ ਉਹ ਚੈਲੰਜ ਕਰਨ ਰੂਲਿੰਗ ਪਾਰਟੀ ਨੂੰ ਜੀ। ਉਹ ਇਹ ਪ੍ਰੂਵ ਕਰਦੇ ਰਹੇ ਮੈਂ ਆਪੋਜੀਸ਼ਨ ਆ, ਦੂਸਰਾ ਕਹਿੰਦਾ ਥਾ ਮੈਂ ਆਪੋਜੀਸ਼ਨ ਆ। ਲੇਕਿਨ ਇਹ ਜਿਹੜਾ ਇਲੈਕਸ਼ਨ ਹੋਇਆ ਵਿਧਾਨ ਸਭਾ ਦਾ ਸਾਲ ਪਹਿਲਾਂ, ਉਸ ਤੋਂ ਬਾਅਦ ਲੋਕਾਂ ਨੇ ਇੱਕ ਕਲੀਅਰ ਕੱਟ ਮੈਂਡੇਟ ਦੇ ਦਿੱਤਾ 92 ਸੀਟਾਂ ਦੇ ਨਾਲ ਕਿ ਜੀ ਅਸੀਂ ਤੁਹਾਨੂੰ ਦੇ ਰਹੇ ਹਾਂ ਤਾਜ ਪੰਜਾਬ ਦਾ, ਤੇ ਤੁਸੀਂ ਰਾਜ ਚਲਾਓ। ਤੁਸੀਂ ਦੱਸੋ ਕਿਸ ਤਰੀਕੇ ਦੇ ਨਾਲ ਤੁਸੀਂ ਨਵੀਂ ਸੋਚ ਨੂੰ ਅੱਗੇ ਵਧਾ ਸਕਦੇ ਹੋ। ਜਿਵੇਂ ਤੁਸੀਂ ਕਹਿੰਦੇ ਹੋ ਕਿ ਅਸੀਂ ਬਿਲਕੁਲ ਰੰਗਲਾ ਪੰਜਾਬ ਲਿਆਉਣਾ ਚਾਹੁੰਦੇ ਹਾਂ, ਇੱਕ ਨਵਾਂ ਪੰਜਾਬ ਬਣਾਉਣਾ ਚਾਹੁੰਦੇ ਹਾਂ। ਜਿਹੜੀਆਂ ਪੁਰਾਣੀਆਂ ਪੋਲੀਟੀਕਲ ਪਾਰਟੀਜ਼ ਉਹਨਾਂ ਨੂੰ ਪਿੱਛੇ ਸਿੱਟ ਕੇ ਅਸੀਂ ਨਵੇਂ ਤਜਰਬਾ ਕਰਨਾ ਚਾਹੁੰਦੇ ਹਾਂ, ਉਹ ਲੋਕਾਂ ਨੇ ਇੱਕ ਹੁੰਗਾਰਾ ਦਿੱਤਾ। ਔਰ ਲੇਕਿਨ ਜਿਸ ਤਰੀਕੇ ਦੇ ਨਾਲ ਇਸ ਪੋਲੀਟੀਕਲ ਪਾਰਟੀ ਨੇ ਆਮ ਆਦਮੀ ਪਾਰਟੀ ਦੇ ਨਾਲ ਲੋਕਾਂ ਨਾਲ ਵਾਅਦੇ ਕੀਤੇ ਜੀ, ਔਰ ਸਾਡੀ ਜਿਹੜੀ ਇਕਨੋਮਿਕ ਹਾਲਤ ਹੈ ਪੰਜਾਬ ਦੀ, ਔਰ ਪਿਛਲੇ ਕਾਫੀ ਲੰਬੇ ਸਮੇਂ ਤੋਂ ਜਿਸ ਤਰ੍ਹਾਂ ਜਿਹੜਾ ਸਾਡਾ ਕਰਜ਼ਾ ਹੈ ਵੱਧਦਾ ਇੱਥੇ ਤੱਕ ਪਹੁੰਚ ਗਿਆ ਕਿ 25 ਹਜ਼ਾਰ ਕਰੋੜ ਰੁਪਇਆ ਅਸੀਂ ਕਰਜ਼ੇ ਦੇ ਡੈਟ ਦੀ ਸਰਵਿਸਿੰਗ, ਜਿਹਨੂੰ ਆਪਾਂ ਕਹਿੰਦੇ ਹਾਂ ਵਿਆਜ ਵਗੈਰਾ, ਉਹਦੇ ਉੱਪਰ ਹੀ ਦੇਣ ਦੇ ਵਿੱਚ ਖਰਚ ਕਰ ਦਿੰਦੇ ਹਾਂ। ਸਾਡਾ ਰੈਵਨਿਊ ਜਿਹੜਾ ਹੈਗਾ ਉਹਦਾ ਇੱਕ ਵੱਡਾ ਪੋਰਸ਼ਨ ਉੱਚ ਜਾਂਦਾ ਹੈ। ਤਾਂ ਕੋਈ ਵੀ ਪੋਲੀਟੀਕਲ ਪਾਰਟੀ ਕਿੰਨੇ ਮਰਜ਼ੀ ਵਾਅਦੇ ਕਰ ਲੈ, ਹੁਣ ਆਮ ਆਦਮੀ ਪਾਰਟੀ ਨੂੰ ਵੀ ਇਸ ਚੀਜ਼ ਦਾ ਅੰਦਾਜ਼ਾ ਹੋ ਗਿਆ ਹੋਵੇਗਾ ਕਿ ਕਿੰਨੇ ਮਰਜ਼ੀ ਵਾਅਦੇ ਕਰ ਲਈਏ, ਲੇਕਿਨ ਜਦ ਤੱਕ ਅਸੀਂ ਫਾਈਨੈਂਸ਼ੀਅਲੀ ਸਾਊਂਡ ਪੋਜੀਸ਼ਨ ਤੇ ਨਹੀਂ ਹਾਂ, ਅਸੀਂ ਉਹ ਵਾਅਦੇ ਪੂਰੇ ਨਹੀਂ ਕਰ ਸਕਦੇ ਔਰ ਇਹ ਪੂਰੇ ਕਰ ਵੀ ਨਹੀਂ ਪਾਉਣਗੇ। ਇਨਫੈਕਟ ਕੋਈ ਵੀ ਪੋਲੀਟੀਕਲ ਪਾਰਟੀ ਅਗਰ ਉਹ ਇਸ ਤਰ੍ਹਾਂ ਦੇ ਵਾਅਦੇ ਕਰਕੇ ਕਿ ਅਸੀਂ ਜੀ ਇੱਕ ਲੈਪਟਾਪ ਦੇ ਦਿਆਂਗੇ, ਅਸੀਂ 1000 ਰੁਪਇਆ ਦੇ ਦਾਂਗੇ, ਅਸੀਂ ਬਿਜਲੀ ਮੁਫਤ ਦੇਵਾਂਗੇ, ਅਸੀਂ ਪਾਣੀ ਮੁਫਤ, ਜੋ ਵੀ ਵਾਅਦੇ ਕੀਤੇ ਜਾਂਦੇ ਆ, ਦੇਖੋ ਇਹ ਸਾਰੀਆਂ ਚੀਜ਼ਾਂ ਡਿਪੈਂਡ ਕਰਦੀਆਂ ਕਿ ਕਿਆ ਤੁਹਾਡੀ ਜੇਬ ਦੇ ਵਿੱਚ ਪੈਸੇ ਹੈਗੇ ਆ। ਅਗਰ ਨਹੀਂ ਹੈ ਤਾਂ ਤੁਸੀਂ ਵਾਅਦੇ ਕਰੀ ਚੱਲੋ, ਉਹ ਪੂਰੇ ਨਹੀਂ ਹੋਣਗੇ, ਲੋਕਾਂ ਦੀ ਨਿਰਾਸ਼ਾ ਹੋਏਗੀ ਔਰ ਲੋਕ ਨਿਰਾਸ਼ ਹੋਣਾ ਸ਼ੁਰੂ ਹੋ ਗਏ ਆ। ਇਸ ਕਰਕੇ ਕਿਉਂਕਿ ਕੁਝ ਵਾਅਦੇ ਡੈਫੀਨੇਟਲੀ ਪੂਰੇ ਹੋਏ ਆ, ਜਿਵੇਂ ਕਿ ਹੁਣ ਜਿਹੜਾ ਬਿਜਲੀ ਦਾ ਹੈਗਾ, ਬਿਜਲੀ ਦਾ ਕੋਈ ਵਾਅਦਾ ਨਹੀਂ ਥਾ, ਲੋਕਾਂ ਨੇ ਨਹੀਂ ਮੰਗਿਆ ਸੀਗਾ, ਲੇਕਿਨ ਉਹਨਾਂ ਨੇ ਕਿਹਾ ਨਹੀਂ ਅਸੀਂ ਦਿੱਲੀ ਦੇ ਪੈਟਰਨ ਤੇ ਇਹ ਕੰਮ ਕਰਾਂਗੇ, ਚਲੋ ਕਰਤਾ। ਉਹਦਾ ਪੋਲੀਟੀਕਲ ਫਾਇਦਾ ਵੀ ਮਿਲਿਆ, ਜਲੰਧਰ ਦੇ ਇਲੈਕਸ਼ਨ ਦੇ ਵਿੱਚ ਡੈਫੀਨੇਟਲੀ ਦਾ ਫਾਇਦਾ ਮਿਲਿਆ। ਲੇਕਿਨ ਮੈਨੂੰ ਇੱਦਾਂ ਲੱਗਦਾ ਹੈਗਾ ਕਿ ਸਾਨੂੰ ਇਹ ਤੋਂ ਉੱਠ ਕੇ, ਸਾਰੀਆਂ ਪੋਲੀਟੀਕਲ ਪਾਰਟੀਆਂ ਦੀ ਮੈਂ ਗੱਲ ਕਰ ਰਿਹਾ, ਇਹ ਤੋਂ ਉੱਠ ਕੇ ਦੇਖਣਾ ਚਾਹੀਦਾ ਹੈ ਕਿ ਸਾਡੀ ਅਰਥ ਵਿਵਸਥਾ ਜਿਹੜੀ ਹੈਗੀ ਹੈ ਉਹ ਕਿਸ ਤਰ੍ਹਾਂ ਸੁਧਰ ਸਕਦੀ ਹੈ ਜੀ। ਇੱਕ ਪਾਸੇ ਤੁਸੀਂ ਕਹਿੰਦੇ ਹੋ ਕਿ ਬੱਚੇ ਸਾਡੇ ਕੈਨੇਡਾ ਨੂੰ ਭੱਜੀ ਜਾਂਦੇ ਆ ਜੀ, ਅਸੀਂ ਉਹਨਾਂ ਨੂੰ ਵਾਪਸ ਲਿਆਵਾਂਗੇ। ਜਦ ਵਾਪਸ ਕਿਵੇਂ ਲਿਆਉਂਗੇ, ਜਦ ਇੱਥੇ ਉਹਨੂੰ ਹਨੇਰਾ ਨਜ਼ਰ ਆਏਗਾ। ਉਹਦੇ ਵਾਸਤੇ ਅਪਰਚੁਨਿਟੀ ਇੱਥੇ ਪੈਦਾ ਕਰਨੀ ਪੈਣੀ ਹੈ। ਉਹ ਅਪਰਚੁਨਿਟੀ ਚਾਹੇ ਐਗਰੀਕਲਚਰ ਸੈਕਟਰ ਨੂੰ, ਚਾਹੇ ਇੰਡਸਟਰੀਅਲ ਸੈਕਟਰ ਨੂੰ, ਚਾਹੇ ਸਰਵਿਸ ਸੈਕਟਰ ਨੂੰ ਬੜਾਵਾ ਦੇ ਕੇ ਹੈ, ਐਮਪਲੋਇਮੈਂਟ ਜਨਰੇਸ਼ਨ ਕਰਕੇ ਹੈ। ਇਹ ਸਾਰੀਆਂ ਚੀਜ਼ਾਂ ਹੋਣਗੀਆਂ ਤਾਂ ਬੱਚਾ ਇੱਥੇ ਟਿਕੇਗਾ। ਅਦਰਵਾਈਜ਼ ਉੱਥੇ ਕਹਿੰਦਾ ਮੈਂ ਜਾ ਕੇ ਖੇਤਾਂ 'ਚ ਕੰਮ ਕਰ ਲੂੰ, ਹੋਰ ਕੁਝ ਕੰਮ ਕਰ ਲੂੰ, ਇੱਥੇ ਨਾਲੋਂ ਬੈਟਰ ਹੈ, ਤੇ ਉਹ ਭੱਜ ਰਿਹਾ ਜੀ ਉਹਨੂੰ। ਔਰ ਉਹਦੇ ਨਾਲ ਸਾਡੀ, ਤੁਹਾਨੂੰ ਮੈਂ ਦੱਸਦਾ, ਜਿਹੜੀ ਡੈਮੋਗ੍ਰਾਫੀ ਹੈ, ਸਾਡੀ ਜਿਹੜੀ ਪਾਪੂਲੇਸ਼ਨ ਦੀ ਬਣਤਰ ਹੈ, ਬੜੀ ਬੁਰੀ ਤਰ੍ਹਾਂ ਚੇਂਜ ਹੋ ਰਹੀ ਹੈ। ਸਾਡਾ ਜਿਹੜਾ ਨੌਜਵਾਨ ਹੈ ਉਹ ਭੱਜ ਰਿਹਾ ਔਰ ਬਿਹਾਰ ਤੇ ਯੂਪੀ ਦਾ ਨੌਜਵਾਨ ਇੱਥੇ ਆ ਕੇ ਘਰ ਕਰ ਰਿਹਾ। ਤਾਂ ਤੁਸੀਂ ਦੇਖੋ ਅੱਜ ਤੋਂ 20 ਸਾਲ ਨੂੰ, 25 ਸਾਲ ਨੂੰ ਅਗਰ ਇਹੀ ਟ੍ਰੈਂਡ ਰਿਹਾ ਤਾਂ ਕੀ ਪਾਪੂਲੇਸ਼ਨ ਦੀ ਕਿਵੇਂ ਹੋ ਗਿਆ, ਪਾਪੂਲੇਸ਼ਨ ਜਿਹੜੀ ਹੈਗੀ ਉਹ ਕਿੱਥੇ ਚਲੀ ਜਾਏਗੀ ਜੀ। ਉਹ ਤੁਹਾਡੇ ਹੱਥ ਦੇ ਵਿੱਚੋਂ ਤੁਹਾਡੀ ਆਪਣੀ ਸਿਆਸਤ, ਤੁਹਾਡੀ ਆਪਣੀ ਪੋਲਿਟੀ ਜਿਹੜੀ ਹੈਗੀ ਹੈ ਬਾਹਰ ਨਿਕਲ ਜਾਏਗੀ। ਕਿਉਂਕਿ ਜਿਹੜੀ ਨਵੀਂ ਪਾਪੂਲੇਸ਼ਨ ਇੱਥੇ ਆਏਗੀ ਉਸ ਗੈਪ ਨੂੰ ਪੂਰਾ ਕਰਨ ਵਾਸਤੇ ਉਹਦੀਆਂ ਪੋਲੀਟੀਕਲ ਐਸਪੀਰੇਸ਼ਨਸ ਵੀ ਹੋਣਗੀਆਂ। ਉਹ ਕੱਲ ਨੂੰ MLA ਵੀ ਬਣਨਗੇ, ਕੱਲ ਨੂੰ ਉਹ ਮੰਤਰੀ ਵੀ ਬਣਨਗੇ, ਕੱਲ ਨੂੰ CM ਵੀ ਬਣਨਗੇ। ਉਹਨੂੰ ਤੁਸੀਂ ਰੋਕ ਨਹੀਂ ਸਕਦੇ ਕਿ ਡੈਮੋਕ੍ਰੈਟਿਕ ਪ੍ਰੋਸੈਸ ਦੇ ਵਿੱਚ। ਇਹ ਸਾਰੀਆਂ ਚੀਜ਼ਾਂ ਪੋਲੀਟੀਕਲ ਪਾਰਟੀਆਂ ਨੂੰ ਸੋਚਣੀਆਂ ਚਾਹੀਦੀਆਂ ਕਿ ਅਸੀਂ ਬਜਾਏ ਇਸ ਦੇ ਕਿ ਲੋਕਾਂ ਨੂੰ ਨਾਲ ਫੋਕੀ ਰਾਜਨੀਤੀ ਕਰੀਏ,
ਕੋਈ ਇਸ ਤਰ੍ਹਾਂ ਦੀ ਗੱਲ ਕਰੀ ਹੈ ਜਿਹਦੇ ਨਾਲ ਪੰਜਾਬ ਦੀ ਪੋਲੀਟੀਕਲ ਸਿਸਟਮ ਤੇ ਪੰਜਾਬ ਦੀ ਅਰਥ ਵਿਵਸਥਾ ਜਿਹੜੀ ਹੈ ਉਹਨੂੰ ਠੀਕ ਢੰਗ ਨਾਲ ਚਲਾਇਆ ਜਾਵੇ। ਸਾਡੇ ਪੰਜਾਬ ਦੇ ਵਿੱਚ ਬਹੁਤ ਅਪਰਚੁਨਿਟੀਜ਼ ਹੈ ਜੀ, ਬਹੁਤ ਜ਼ਿਆਦਾ ਅਪਰਚੁਨਿਟੀਜ਼ ਹੈ। ਉਹਨਾਂ ਅਪਰਚੁਨਿਟੀਜ਼ ਨੂੰ ਪਰੇ ਸਿੱਟ ਕੇ ਤੁਸੀਂ ਕਹੋ ਵੀ ਅਸੀਂ ਇਮੋਸ਼ਨਲ ਚੀਜ਼ਾਂ ਦੇ ਉੱਪਰ ਹੀ ਰਾਜਨੀਤੀ ਕਰਨੀ ਹੈ, ਉਹ ਇਮੋਸ਼ਨਲ ਚੀਜ਼ਾਂ ਤੇ ਰਾਜਨੀਤੀ ਜਿਹੜੀ ਹੈਗੀ ਹੈ ਉਹ ਹਾਰਡ ਰਾਜਨੀਤੀ ਨਹੀਂ ਹੁੰਦੀ, ਉਹ ਰਾਜਨੀਤੀ ਦਾ ਕੋਈ ਫਾਇਦਾ ਨਹੀਂ ਹੁੰਦਾ। ਔਰ ਮੈਂ ਹਮੇਸ਼ਾ ਇਹ ਗੱਲ ਕਹਿਣਾ ਕਿ ਕਈ ਚੀਜ਼ਾਂ ਦੇ ਉੱਪਰ ਪੋਲੀਟੀਕਲ ਪਾਰਟੀਆਂ ਨੂੰ ਇਕੱਠੇ ਵੀ ਹੋਣਾ ਚਾਹੀਦਾ। ਡਿਫਰੈਂਸਿਸ ਵੀ ਹੈ, ਲੜਾਈ ਝਗੜੇ ਵੀ ਹੈ, ਤੁਹਾਡੇ ਡਿਫਰੈਂਸਿਸ ਆਫ ਓਪੀਨੀਅਨ ਹੈ, ਇੱਕ ਦੂਸਰੇ ਦਾ ਕ੍ਰਿਟਿਸਿਜ਼ਮ ਹੈ। ਅਗਰ ਉਹ ਕ੍ਰਿਟਿਸਿਜ਼ਮ ਹੈਲਦੀ ਹੈ, ਲੋਕਾਂ ਵਾਸਤੇ ਹੈ, ਪੰਜਾਬ ਦੇ ਲੋਕਾਂ ਵਾਸਤੇ ਹੈ, ਤਾਂ ਉਹ ਠੀਕ ਹੈ। ਫॉर द ਸੇਕ ਆਫ ਇਟ ਅਗਰ ਤੁਸੀਂ ਕਰੀ ਚੱਲੋ ਫਿਰ ਉਹਦਾ ਕੋਈ ਫਾਇਦਾ ਨਹੀਂ ਹੈ। ਉਹਦੇ ਨਾਲ ਕੀ ਹੋ ਰਿਹਾ ਹੈ ਕਿ ਬਹੁਤ ਹੀ ਕੋਰ ਇਸ਼ੂਜ਼ ਜਿਹੜੇ ਹੈਗੇ ਆ ਉਹਨਾਂ ਪਰ ਵੀ ਪੋਲੀਟੀਕਲ ਪਾਰਟੀਆਂ ਇਕੱਠੀਆਂ ਨਹੀਂ ਹਨ ਔਰ ਦੂਜੇ ਫਾਇਦਾ ਲੈ ਰਹੇ ਆ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਜੀ, ਤੇ ਗਵਰਨਰ ਜਿਹੜਾ ਹੈਗਾ ਪੰਜਾਬ ਦਾ ਕਿਸ ਤਰੀਕੇ ਦੇ ਨਾਲ ਉਹ ਆਪ ਹੀ ਕਦੇ ਪੰਜਾਬ ਦੇ ਵਿੱਚ ਕਿਤੇ ਜਾ ਰਿਹਾ ਹੈ, ਕਦੇ ਕਿਤੇ ਜਾ ਰਿਹਾ ਹੈ। ਜਿਹੜੀ ਚੁਣੀ ਹੋਈ ਸਰਕਾਰ ਹੈ ਉਹਨਾਂ ਨੂੰ ਪੁੱਛ ਨਹੀਂ ਰਹੇ। ਪੰਜਾਬ ਯੂਨੀਵਰਸਿਟੀ ਦੇ ਬਾਰੇ ਗਵਰਨਰ ਨੇ ਸੀਐਮ ਪੰਜਾਬ ਨੂੰ, ਸੀਐਮ ਹਰਿਆਣੇ ਨੂੰ ਬੁਲਾ ਲਿਆ, ਹਾਲਾਂਕਿ ਗਵਰਨਰ ਕੋਲ ਕੋਈ ਐਸੀ ਪਾਵਰ ਨਹੀਂ ਹੈ। ਗਵਰਨਰ ਨਾ ਇੱਥੇ ਦਾ ਚਾਂਸਲਰ ਹੈ ਪੰਜਾਬ ਯੂਨੀਵਰਸਿਟੀ ਦਾ, ਨਾ ਗਵਰਨਰ ਹੈਗਾ ਕਿਸੇ ਵੀ ਹਰਿਆਣੇ ਦੀ ਯੂਨੀਵਰਸਿਟੀ ਦਾ ਚਾਂਸਲਰ, ਨਾ ਉਹਨਾਂ ਕੋਲ ਉਹਦੇ ਕੋਲ ਦੋਨਾਂ ਸਟੇਟਾਂ ਦਾ ਚਾਰਜ ਹੈ, ਲੇਕਿਨ ਫਿਰ ਵੀ ਬੁਲਾ ਲਿਆ। ਔਰ ਜਿਹੜੀਆਂ ਆਪੋਜੀਸ਼ਨ ਪਾਰਟੀਆਂ ਪੰਜਾਬ ਦੀਆਂ ਉਹ ਬਜਾਏ ਇਸ ਦੇ ਕਿ ਦੇਖਣ ਵੀ ਇਹ ਇੱਕ ਕਨਸਟੀਟਿਊਸ਼ਨਲ ਕ੍ਰਾਈਸਿਸ ਹੈ, ਤੁਸੀਂ ਇੱਕ ਦੂਸਰੇ ਦੇ ਅਗੇਂਸਟ ਹੋਣ ਦੀ ਵਜ੍ਹਾ ਕਰਕੇ ਮਜ਼ੇ ਲੈ ਰਹੀਆਂ। ਉਹ ਚੀਜ਼ ਜਿਹੜੀ ਹੈਗੀ ਹੈ ਉਹ ਕਿਤੇ ਨਾ ਕਿਤੇ ਜਿਹੜੀ ਰਾਜਨੀਤੀ ਹੈ ਉਹ ਤੋਂ ਅਲੱਗ ਹੋਣੀ ਚਾਹੀਦੀ ਹੈ। ਕਿਉਂਕਿ ਅਗਰ ਤੁਸੀਂ ਇਸ ਤਰ੍ਹਾਂ ਖੋਰਾ ਲਾਈ ਚੱਲੋਗੇ, ਜਿਵੇਂ ਫੈਡਰਲ ਸਟਰਕਚਰ ਦੀ ਗੱਲ ਹੈ, ਸੰਘਾਤਮਕ ਪ੍ਰਣਾਲੀ ਦੀ ਗੱਲ, ਹੁਣ ਤੁਸੀਂ ਦੇਖੋ ਕਿਸੇ ਵੇਲੇ ਅਕਾਲੀ ਦਲ ਜਾਣਿਆ ਜਾਂਦਾ ਸੀਗਾ ਰੀਜਨਲ ਐਸਪੀਰੇਸ਼ਨਸ ਵਾਸਤੇ, ਅਕਾਲੀ ਦਲ ਜਾਣਿਆ ਜਾਂਦਾ ਸੀਗਾ ਇਸ ਚੀਜ਼ ਵਾਸਤੇ ਕਿ ਸੰਘਾਤਮਕ ਢਾਂਚਾ ਜਿਹੜਾ ਹੈਗਾ ਉਹਨੂੰ ਮਜ਼ਬੂਤ ਕੀਤਾ ਜਾਵੇ। ਅਨੰਦਪੁਰ ਸਾਹਿਬ ਰੈਜ਼ੋਲੂਸ਼ਨ ਦੀ ਆਪਾਂ ਗੱਲ ਕਰਦੇ ਹਾਂ ਜੀ, ਲੇਕਿਨ ਉਹੀ ਅਕਾਲੀ ਦਲ ਬੀਜੇਪੀ ਦੇ ਨਾਲ ਮਿਲ ਕੇ ਜਾਂ ਸੱਤਾ ਦੀ ਲਾਲਚ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਆਪਣੇ ਆਪ ਨੂੰ ਡੁਬੋਲਿਆ। ਆਪਣੇ ਆਪ ਨੂੰ ਹੁਣ ਕੀ ਹੈਗਾ ਕਿ ਜਿਹੜਾ ਇੱਕ ਗੈਪ, ਇੱਕ ਵਿਸ਼ਵਾਸ ਦੀ ਘਾਟ ਬਣ ਗਈ ਹੈ ਲੋਕਾਂ ਦੇ ਵਿੱਚ ਤੇ ਅਕਾਲੀ ਦਲ ਦੇ ਵਿੱਚ, ਉਹਨੂੰ ਪੂਰਾ ਕਰਨਾ ਅਕਾਲੀ ਦਲ ਵਾਸਤੇ ਆਪਣਾ ਬੜਾ ਔਖਾ ਹੋਇਆ ਪਿਆ ਜੀ। ਕਿਉਂਕਿ ਤੁਸੀਂ ਹੌਲੀ ਹੌਲੀ ਕੀ ਕੀਤਾ, ਆਪਣਾ ਜਿਹੜਾ ਕੋਰ ਥਾ, ਬੇਸਿਕ ਵੈਲਿਊ ਥੀ ਜਿਹਦੇ ਉੱਪਰ ਅਕਾਲੀ ਦਲ 1920 ਤੋਂ ਖੜਾ ਸੀਗਾ, ਉਹਨਾਂ ਨੂੰ ਪਿੱਛੇ ਸਿੱਟ ਕੇ ਪਾਵਰ ਦੇ ਮਗਰ ਪੈ ਗਏ। ਅਕਾਲੀ ਦਲ ਕਦੇ ਪਾਵਰ ਦੀ ਰਾਜਨੀਤੀ ਤਾਂ ਕਰਦਾ ਹੀ ਨਹੀਂ ਸੀਗਾ, ਉਹ ਤਾਂ ਐਜੀਟੇਸ਼ਨ ਦੀ ਰਾਜਨੀਤੀ ਕਰਦਾ ਸੀ, ਉਹਦੇ ਵਿੱਚੋਂ ਹੀ ਪਾਵਰ ਨਿਕਲਦੀ ਸੀ। ਤਾਂ ਹੁਣ ਜਿਹੜਾ ਹੈਗਾ ਉਹਦਾ ਖਮਿਆਜ਼ਾ ਭੁਗਤ ਰਹੇ ਆ। ਇਹ ਚੀਜ਼ਾਂ ਜਿਹੜੀਆਂ ਹੈਗੀਆਂ ਮੋਟੀਆਂ ਰਾਜਨੀਤੀ ਦੇ ਵਿੱਚ ਹੈਗੀਆਂ ਪੰਜਾਬ ਦੀ। ਔਰ ਤੁਸੀਂ ਦੇਖੋ ਪਿਛਲੇ 2 ਇਲੈਕਸ਼ਨਾਂ ਤਾਂ ਅਕਾਲੀ ਦਲ ਹਾਰੇ ਹੀ ਹੈ। ਅਕਾਲੀ ਦਲ, ਮੈਂ ਇਹ ਗੱਲ ਮੰਨ ਕੇ ਚੱਲਦਾ, ਇੱਕ ਬੜੀ ਇੰਪੋਰਟੈਂਟ ਪੋਲੀਟੀਕਲ ਪਾਰਟੀ ਹੈ ਜੀ। ਅਕਾਲੀ ਦਲ ਤੇ ਬਿਨਾਂ ਪੰਜਾਬ ਦੀ ਰਾਜਨੀਤੀ ਨੂੰ ਨਹੀਂ ਦੇਖਿਆ ਜਾ ਸਕਦਾ ਜੀ। ਲੇਕਿਨ ਐਟ ਦਾ ਸੇਮ ਟਾਈਮ ਇੱਕ ਕਮਜ਼ੋਰ ਅਕਾਲੀ ਦਲ, ਸਾਨੂੰ ਇੱਕ ਸਟਰੋਂਗ ਅਕਾਲੀ ਦਲ ਚਾਹੀਦਾ, ਕਿਉਂਕਿ ਅਕਾਲੀ ਦਲ ਰੀਜਨਲਿਜ਼ਮ, ਖੇਤਰੀ ਪੋਲੀਟੀਕਲ ਪਾਰਟੀਆਂ 'ਚੋਂ ਓਲਡੈਸਟ ਪੋਲੀਟੀਕਲ ਪਾਰਟੀ ਹੈ ਜੀ। ਲੇਕਿਨ ਜੋ ਕੁਝ ਵੀ ਉਹਨਾਂ ਦੀਆਂ ਪੋਲਿਸੀਜ਼ ਹੋਈਆਂ ਉਹਦੀ ਵਜ੍ਹਾ ਕਰਕੇ ਹੁਣ ਇਹ ਹੈਗਾ ਕਿ 2 ਇਲੈਕਸ਼ਨ ਵਿਧਾਨ ਸਭਾ ਦੇ ਹਾਰ ਚੁੱਕੇ ਆ। ਹੁਣ ਜਲੰਧਰ ਵਾਲਾ ਬਾਈ ਇਲੈਕਸ਼ਨ ਹਾਰਿਆ, ਤਾਂ ਉਹ ਤੋਂ ਇਦਾਂ ਲੱਗਦਾ ਹੈ ਕਿ ਲੋਕਾਂ ਦਾ ਟਰਸਟ ਡੈਫਿਸਿਟ ਜਿਹੜਾ ਹੈਗਾ, ਪਹਿਲਾਂ ਸੰਗਰੂਰ ਵਾਲਾ ਹਾਰਿਆ, ਉੱਥੇ 5ਵੇਂ ਨੰਬਰ ਦੀ ਕਿਤੇ ਖੜੇ ਹੀ ਨਹੀਂ ਉੱਥੇ। ਤਾਂ ਇਹਦੇ ਵਿੱਚ ਤੁਸੀਂ ਦੇਖੋ ਵੀ ਜਿੰਨੀਆਂ ਪਿਛਲੀ ਵਾਰ ਵੋਟਾਂ ਪਈਆਂ ਸੀਗੀਆਂ ਬੀਐਸਪੀ ਨੂੰ, ਦੋਨਾਂ ਨੂੰ ਮਿਲਾ ਕੇ ਉਨੀਆਂ ਵੋਟਾਂ ਨਹੀਂ ਪਈਆਂ। ਤਾਂ ਉਹ ਚੀਜ਼ਾਂ ਅਕਾਲੀ ਦਲ ਨੂੰ ਵੀ ਸੋਚਣੀ ਪਏਗੀ। ਲੇਕਿਨ ਓਵਰਆਲ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਇਹਨਾਂ ਚੀਜ਼ਾਂ ਤੋਂ ਉੱਠ ਕੇ ਜਿੱਥੇ ਕਿਤੇ ਸੰਵਿਧਾਨ ਨੂੰ ਖੋਰਾ ਲੱਗੇ, ਜਿੱਥੇ ਕਿਤੇ ਸੰਘਾਤਮਕ ਢਾਂਚੇ ਨੂੰ ਖੋਰਾ ਲੱਗੇ, ਉੱਥੇ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ। ਡਾਕਟਰ ਸਾਹਿਬ, ਇੱਕ ਜਿਹੜੀ ਤੁਸੀਂ ਬਹੁਤ ਇੰਪੋਰਟੈਂਟ ਗੱਲ ਕਰੀ ਵੀ ਬਾਹਰਲੇ ਸੂਬਿਆਂ ਤੋਂ ਜਿਹੜੇ ਲੋਕ ਆ ਰਹੇ ਆ, ਠੀਕ ਆ, ਚਲੋ ਇੱਥੇ ਕੰਮ ਕਰ ਰਹੇ ਨੇ, ਠੀਕ ਹੈ, ਪਰ ਜਦੋਂ ਬਹੁਤ ਜ਼ਿਆਦਾ ਗਿਣਤੀ ਹੋ ਗਈ ਜਾਂ ਉਹ ਚੀਜ਼ਾਂ ਹੋ ਗਈਆਂ, ਜਦੋਂ ਆਪਾਂ ਸਿੱਧਾ ਕਹਿ ਦਈਏ ਵੀ ਬਿਹਾਰ ਤੋਂ ਜਾਂ ਯੂਪੀ ਤੋਂ ਆਇਆ ਬੰਦਾ ਜੇ ਪੰਜਾਬ ਦਾ ਮੁੱਖ ਮੰਤਰੀ ਬਣੂਗਾ, ਤੁਸੀਂ ਉਹਦੇ ਤੇ ਕਹਿ ਰਹੇ ਹੋ ਵੀ ਇਹ ਪੋਲੀਟੀਕਲ ਧਿਰਾਂ ਨੂੰ ਇਕੱਠੇ ਹੋਣਾ ਚਾਹੀਦਾ, ਪਰ ਇੱਥੇ ਤਾਂ ਪੋਲੀਟੀਕਲ ਧਿਰਾਂ ਨਿੱਜੀ ਅਟੈਕ ਕਰਨ ਤੇ, ਖਾਸ ਕਰਕੇ ਜਿਹੜੇ ਸੀਨੀਅਰ ਲੀਡਰ ਨੇ ਜਿਨ੍ਹਾਂ ਦੀ ਰਾਜਨੀਤੀ 30-30 40-40 ਸਾਲ ਦੀ ਹੋਣ ਵਾਲੀ ਆ, ਉਹ ਪਰਸਨਲ ਅਟੈਕ ਤੇ ਹੋਏ ਹੋਏ ਨੇ, ਤੇ ਇੱਧਰੋਂ ਸੱਤਾਧਰ ਪਾਰਟੀ ਵੀ ਪਰਸਨਲ ਅਟੈਕ ਤੇ। ਤੁਹਾਨੂੰ ਲੱਗਦਾ ਵੀ ਇਹ ਹੋਰ ਹੀ ਸਿਸਟਮ ਦਿਖਾਉਣਾ ਚਾਹੁੰਦੇ ਨੇ? ਦੇਖੋ ਗੱਲ ਇਹ ਹੈਗੀ ਹੈ ਕਿ ਵਿਰੋਧਾਭਾਸ ਹੁੰਦਾ ਹੈ ਜੀ। ਪੋਲੀਟੀਕਲ ਪਾਰਟੀਆਂ ਦੀ ਆਪਣੀ ਆਪਣੀ ਵਿਚਾਰਧਾਰਾ ਹੈ, ਆਪਣੀ ਆਪਣੀ ਆਈਡੀਓਲੋਜੀ ਹੈ, ਦੇ ਮੁਤਾਬਕ ਉਹ
ਲੋਕਾਂ ਦੇ ਵਿੱਚ ਵਿਚਰਨਾ ਚਾਹੁੰਦੇ ਆ, ਸੱਤਾ ਚਾਹੁੰਣਾ ਚਾਹੁੰਦੇ ਆ, ਸੱਤਾ ਨੂੰ ਨਿਭਾਉਣਾ ਚਾਹੁੰਦੇ ਆ, ਹਟਾਉਣਾ ਚਾਹੁੰਦੇ ਆ ਜੀ। ਉਹ ਤਾਂ ਇੱਕ ਅਲੱਗ ਗੱਲ ਹੈ। ਲੇਕਿਨ ਕਈ ਸਾਡਾ ਜਿਹੜਾ ਪੂਰਾ ਪੋਲੀਟੀਕਲ ਸਿਸਟਮ ਹੈ, ਪੂਰੇ ਕੰਟਰੀ ਦਾ ਲਾ ਲਓ ਚਾਹੇ ਸਟੇਟ ਦਾ ਲਾ ਲਓ, ਉਹ ਇੱਕ ਸੰਵਿਧਾਨਕ ਢਾਂਚੇ ਨਾਲ ਜੁੜਿਆ ਹੋਇਆ। ਉਹ ਸੰਵਿਧਾਨ ਸਭਾ ਨੇ ਜਿਹੜਾ ਸੰਵਿਧਾਨਕ ਢਾਂਚਾ ਬਣਾਇਆ ਔਰ ਜਿਹਦੇ ਪਰ ਅਸੀਂ ਸਾਰਿਆਂ ਨੇ ਐਗਰੀ ਕੀਤਾ ਵੀ ਹਾਂ ਵੀ ਇਹਦੇ ਮੁਤਾਬਕ ਚੱਲਾਂਗੇ। ਮੈਂ ਤੁਹਾਨੂੰ ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਦਾ ਕਿ ਉਹ ਸੰਵਿਧਾਨ ਜਿਹੜਾ ਬਣ ਗਿਆ ਜਿਹਦੇ ਮੁਤਾਬਕ ਸਾਡਾ ਦੇਸ਼ ਚੱਲ ਪਿਆ ਔਰ ਅੱਜ ਤੱਕ ਇੰਡੀਆ ਦੇ ਵਿੱਚ ਸਾਡੀ ਲੋਕਤੰਤਰ ਦੇ ਵਿੱਚ ਪ੍ਰੋਬਲਮਸ ਹੋ ਸਕਦੀਆਂ ਜੀ, ਲੇਕਿਨ ਕੋਈ ਦੁਨੀਆ 'ਚ ਇਹ ਨਹੀਂ ਕਹਿ ਸਕਦਾ ਸਾਡੀ ਲਾਰਜੈਸਟ ਡੈਮੋਕ੍ਰੇਸੀ ਨਹੀਂ ਹੈ। ਉਹ ਇਸ ਕਰਕੇ ਵੀ ਸਾਡੇ ਕੋਲ ਸੰਵਿਧਾਨ ਸੀ ਜੀ, ਬਿਲਕੁਲ। ਉਹ ਇਸ ਕਰਕੇ ਸੀਗਾ ਅਸੀਂ ਜਿਸ ਵੇਲੇ ਆਜ਼ਾਦ ਹੋਏ ਹਾਂ 1947 ਦੇ ਵਿੱਚ ਜੀ, ਤਾਂ ਪਹਿਲਾ ਕੰਮ ਅਸੀਂ ਇਹ ਕੀਤਾ ਵੀ ਭਾਈ ਬੈਠ ਕੇ ਅਸੀਂ ਉਹ ਰੂਲ ਰੈਗੂਲੇਸ਼ਨ ਬਣਾ ਲਈਏ ਜਿਹਦੇ ਮੁਤਾਬਕ ਅਸੀਂ ਇਸ ਦੇਸ਼ ਨੂੰ ਚਲਾਉਣਾ, ਉਹ ਸਾਡਾ ਸੰਵਿਧਾਨ ਹੈ। ਅਸੀਂ ਉਹਦੇ ਪਰ ਐਗਰੀ ਕਰ ਲਿਆ। 1952 ਤੋਂ ਬਾਅਦ ਅੱਜ ਤੱਕ ਕਦੇ ਵੀ ਕਿਸੇ ਵੀ ਸੈਂਟਰ ਗਵਰਨਮੈਂਟ ਨੂੰ ਕਿਸੇ ਨੇ ਹਿਲਾਇਆ ਨਹੀਂ ਵਿਦਆਊਟ ਲੋਕਤੰਤਰੀ ਢੰਗ ਤੇ। ਜੀ, ਠੀਕ ਹੈ ਨਹੀਂ, ਲੋਕਤੰਤਰੀ ਢੰਗ ਨਾਲ ਤੁਸੀਂ ਵੋਟਾਂ ਪੈਂਦੀਆਂ ਔਰ ਟ੍ਰਾਂਸਫਰ ਆਫ ਪਾਵਰ ਪੀਸਫੁਲੀ ਹੁੰਦੀ ਹੈ। ਜੀ, ਤੁਸੀਂ ਗੁਆਂਢੀ ਸਟੇਟ ਦੇ ਵਿੱਚ ਪਾਕਿਸਤਾਨ 'ਚ ਦੇਖ ਲਓ, ਉਹ ਕੋਈ ਸੰਵਿਧਾਨ ਬਣਾ ਹੀ ਨਹੀਂ ਸਕੇ ਔਰ ਕੀ ਹਾਲ ਹੋਇਆ ਅੱਜ ਤੱਕ। ਕੀ ਹਾਲ ਬੰਗਲਾਦੇਸ਼ ਹੁਣ ਥੋੜਾ ਜਿਹਾ ਸੰਭਲਿਆ, ਉਸ ਤੋਂ ਪਹਿਲਾਂ ਉੱਥੇ ਵੀ ਇਹ ਹਾਲ ਸੀਗਾ। ਤਾਂ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਸੰਵਿਧਾਨਕ ਮਰਿਆਦਾਵਾਂ ਨੂੰ ਸਾਹਮਣੇ ਰੱਖ ਕੇ ਹੀ ਰਾਜਨੀਤੀ ਕਰਨੀ ਚਾਹੀਦੀ ਹੈ। ਅਗਰ ਤੁਸੀਂ ਰਾਜਨੀਤੀ ਆਪ ਉਧਰੇ ਢੰਗ ਨਾਲ ਕਰੋਗੇ, ਸਿਰਫ ਮੈਂ ਦੇਖੋਗੇ, ਫਿਰ ਉਹ ਰਾਜਨੀਤੀ ਜਿਹੜੀ ਹੈਗੀ ਆ ਉਹ ਨਾਸ਼ ਵੱਲ ਲਿਜਾਏਗੀ, ਵਿਨਾਸ਼ ਵੱਲ ਲਿਜਾਏਗੀ। ਉਹ ਇੱਕ ਸੁਚੱਜੇ ਕਿਸਮ ਦੀ ਰਾਜਨੀਤੀ ਨਹੀਂ ਹੋ ਸਕਦੀ ਔਰ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਇਹ ਗੱਲ ਸੋਚਣੀ ਚਾਹੀਦੀ ਹੈ। ਲੜਾਈ ਕਰੋ, ਤੁਸੀਂ ਵਿਰੋਧਾਭਾਸ ਕਰੋ, ਇੱਕ ਦੂਸਰੇ ਪਰ ਹਮਲੇ ਕਰੋ, ਇੱਕ ਦੂਸਰੇ ਦੀ ਕੱਢੋ, ਲੇਕਿਨ ਪਾਲਿਸੀਜ਼ ਨੂੰ ਕਰੋ। ਹੁਣ ਇੱਥੇ ਕੀ ਹੋਇਆ, ਪਰਸਨਲ ਲੈਵਲ ਤੇ ਇੰਨੀ ਪਰਸਨਲਾਈਜ਼ ਹੋ ਚੁੱਕੀ ਹੈ। ਤੁਸੀਂ ਇਲੈਕਸ਼ਨ ਕੈਂਪੇਨ ਦੇਖ ਲਓ, ਇਲੈਕਸ਼ਨ ਕੈਂਪੇਨ ਤੁਸੀਂ ਦੇਖਿਓ, ਇੱਕ ਦੂਸਰੇ ਦੇ ਖਿਲਾਫ ਪਰਸਨਲ ਉਹਨਾਂ ਦੇ ਜੀਵਨ ਦੇ ਵਿੱਚ ਕੀ ਹੋ ਰਿਹਾ ਉਹਦੇ ਬਾਰੇ ਜ਼ਿਆਦਾ ਅਟੈਕ ਹੁੰਦੇ ਆ। ਉਹਦੇ ਫਾਦਰ ਕੀ ਸੀਗਾ, ਉਹਦਾ ਮਦਰ ਕੀ ਸੀਗੀ, ਉਹਦਾ ਫਲਾਣਾ ਕੀ ਸੀਗਾ, ਉਹ ਸਾਰਾ ਕੁਝ ਪਛੋਲਦੇ ਬਜਾਏ ਇਸ ਦੇ ਕਿ ਤੁਸੀਂ ਪਾਲਿਸੀ ਤੇ ਗੱਲ ਕਰੋ, ਮੁੱਦਿਆਂ ਦੀ ਗੱਲ ਕਰੋ। ਜੀ, ਮੁੱਦਿਆਂ ਦੀ ਗੱਲ ਇਲੈਕਸ਼ਨ ਕੈਂਪੇਨ ਦੇ ਵਿੱਚ ਬਹੁਤ ਘੱਟ ਹੁੰਦੀ ਹੈ। ਤੁਸੀਂ ਦੇਖ ਲਓ। ਦੂਸਰੀ ਚੀਜ਼ ਇਹ ਹੈਗੀ ਹੈ, ਇਲੈਕਸ਼ਨ ਤੇ ਬਾਅਦ ਵੀ ਵਿਧਾਨ ਸਭਾ ਦੇ ਵਿੱਚ ਲੈ ਲਓ, ਵਿਧਾਨ ਸਭਾ 'ਚ ਲੜਾਈ ਝਗੜਾ, ਵਿਧਾਨ ਸਭਾ 'ਚ ਕਦੇ ਵੀ ਸਕਾਰਾਤਮਕ ਡਿਸਕਸ਼ਨ ਹੋਣੀ ਬਹੁਤ ਘੱਟ ਦਿਖਦੀ ਹੈ ਕਿ ਸਾਰੇ ਪਾਰਟਿਸਿਪੇਟ ਕਰ ਰਹੇ ਹੋਣ। ਦੇਖੋ ਜਿਹੜਾ ਜਿਸ ਵੇਲੇ ਤੁਸੀਂ ਐਮਐਲਏ ਬਣਾਉਂਦੇ ਹੋ, ਉਸ ਐਮਐਲਏ ਦੇ ਨਾਲ ਉਹ 1.5 ਲੱਖ 2 ਲੱਖ ਵੋਟਰ ਜਿਹੜਾ ਹੈਗਾ ਉਹਦੀਆਂ ਉਮੀਦਾਂ ਹੈਗੀਆਂ ਕਿ ਉਹ ਵਿਧਾਨ ਸਭਾ ਦੇ ਵਿੱਚ ਜਾ ਕੇ ਹਲਕੇ ਦੇ ਬਾਰੇ ਜਾਂ ਸਟੇਟ ਦੇ ਬਾਰੇ ਕੋਈ ਗੱਲ ਕਰੇਗਾ। ਬਿਲਕੁਲ ਜੀ। ਉੱਥੇ ਕੀ ਹੁੰਦਾ ਹੈ, ਉੱਥੇ ਇੱਕ ਦੂਸਰੇ ਦੇ ਖਿਲਾਫ ਲਾਂਛਨਬਾਜ਼ੀ, ਇਲਜ਼ਾਮਬਾਜ਼ੀ, ਉਹਦੇ ਪਰ ਹੀ ਉਹ ਲੜਾਈ ਝਗੜਾ, ਉਸ ਤੋਂ ਬਾਅਦ ਐਡਜਰਨ ਹੋ ਗਿਆ, ਹਾਊਸ ਖਤਮ ਹੋ ਗਿਆ, ਚਲੋ ਜੀ ਕੱਲ ਨੂੰ ਮਿਲਾਂਗੇ, ਕੱਲ ਨੂੰ ਫੇਰ ਇਹੀ ਕੰਮ ਹੋ ਗਿਆ। ਉਸ ਤੋਂ ਬਾਅਦ ਜੀ ਉਹ 5 ਮਿੰਟਾਂ ਦੇ ਵਿੱਚ ਸਾਰੇ, ਕਿਉਂਕਿ ਮੈਜੋਰਿਟੀ ਹੁੰਦੀ ਹੈ, ਬਿੱਲ ਪਾਸ ਕਰਕੇ ਜਾਓ ਜੀ ਘਰ ਨੂੰ, ਨਾਲੇ ਲੋਕਾਂ ਦਾ ਪੈਸਾ। ਉਹ ਚੀਜ਼ ਜਿਹੜੀ ਹੈਗੀ ਜੀ, ਉਹ ਚੀਜ਼ ਜਿਹੜੀ ਹੈ ਉਹਦੇ ਨਾਲ ਸਾਡੀ ਜਿਹੜੀ ਰਾਜਨੀਤੀ ਹੈ ਉਹਦੇ 'ਚ ਕਾਫੀ ਜ਼ਿਆਦਾ ਗਿਰਾਵਟ ਹੋਈ ਹੈ। ਪਹਿਲਾਂ ਵੀ ਬੜੀ ਦੇਖੋ, ਜਿਹੜਾ ਪੋਲੀਟੀਸ਼ੀਅਨ ਹੈ, ਪੋਲੀਟੀਸ਼ੀਅਨ ਦੇ ਵੇਲੇ ਬਾਰੇ ਕਿਸੇ ਵੇਲੇ ਬੜੀ ਰਿਸਪੈਕਟ ਹੋਇਆ ਕਰਦੇ ਸੀ ਕਿ ਉਹ ਕਹਿੰਦੇ ਵੀ ਡੈਡੀਕੇਟਿਡ ਬੰਦਾ ਹੈ। ਹੁਣ ਇੱਕ ਬਿਜ਼ਨਸ ਹੈ, ਹੁਣ ਉਹ ਕਹਿੰਦਾ ਵੀ ਇੱਕ ਬਿਜ਼ਨਸ ਵਾਂਗੂ, ਇੱਕ ਵਾਰ ਮੇਰਾ ਦੌ ਲੱਗ ਗਿਆ, ਉਸ ਤੋਂ ਬਾਅਦ ਜ਼ਿੰਦਾਬਾਦ ਹੈ। ਜ਼ਿੰਦਾਬਾਦ। ਉਹ ਚੀਜ਼ ਜਿਹੜੀ ਹੈ ਨਾ, ਉਹਨੂੰ ਸਾਡੀ ਰਾਜਨੀਤੀ ਦੇ ਵਿੱਚੋਂ ਜਿੰਨਾ ਜਲਦੀ ਕੱਢ ਸਕੀਏ, ਜਾਂ ਪੋਲੀਟੀਕਲ ਪਾਰਟੀਜ਼ ਇਸ ਨੂੰ, ਮੈਂ ਬੜਾ ਮਤਲਬ ਇੱਕ ਆਈਡੀਅਲਿਸਟਿਕ ਗੱਲ ਕਰ ਰਿਹਾ ਜੀ, ਜਿਹੜੀ ਕਿ ਧਰਤੀ ਦੇ ਉੱਪਰ ਪੋਸੀਬਲ ਲੱਗ ਨਹੀਂ ਰਹੀ ਵੀ ਹੋਏਗੀ, ਲੇਕਿਨ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ। ਔਰ ਜਿਹੜੇ ਕੋਰ ਇਸ਼ੂਜ਼ ਹੈ ਸੰਵਿਧਾਨ ਨੂੰ ਲੈ ਕੇ, ਸੰਘਾਤਮਕ ਢਾਂਚੇ ਨੂੰ ਲੈ ਕੇ, ਉਹਨਾਂ ਸਾਰਿਆਂ ਦੇ ਉੱਪਰ ਇਕੱਠਾ ਹੋਣਾ ਚਾਹੀਦਾ। ਫੋਰ ਐਗਜ਼ਾਮਪਲ ਡੀਮੋਨੇਟਾਈਜੇਸ਼ਨ ਹੋਈ, ਕਿਹਨੂੰ ਪੁੱਛਿਆ ਗਿਆ ਥਾ ਜੀ? ਜੀ ਬਿਲਕੁਲ। ਔਰ ਸਫਰ ਕਿਹਨੇ ਕੀਤਾ? ਸਟੇਟ ਗਵਰਨਮੈਂਟਾਂ ਨੇ ਕੀਤਾ, ਸਟੇਟ ਦੇ ਲੋਕਾਂ ਨੇ ਕੀਤਾ, ਲੇਕਿਨ ਕਿਸੇ ਨੂੰ ਪੁੱਛਿਆ ਨਹੀਂ ਹੈ। ਲੇਕਿਨ ਕਿਆ ਸਾਰੀਆਂ ਪੋਲੀਟੀਕਲ ਪਾਰਟੀਆਂ ਇਕੱਠੀਆਂ ਹੋ ਕੇ ਇਹਦੇ ਮਗਰ ਪਈਆਂ ਵੀ ਭਾਈ ਤੁਸੀਂ ਕੀਤਾ ਕਿਉਂ ਸੀਗਾ? ਉਸ ਤੋਂ ਬਾਅਦ ਇਸੇ ਤਰੀਕੇ ਦੇ ਨਾਲ ਕਈ ਕੋਵਿਡ ਦੇ ਦਿਨਾਂ ਦੇ ਵਿੱਚ ਡਿਜ਼ਾਸਟਰ ਮੈਨੇਜਮੈਂਟ ਐਕਟ ਲਾ ਕੇ ਸੈਂਟਰ ਗਵਰਨਮੈਂਟ ਨੇ ਸੈਂਟਰ ਤੋਂ ਲੈ ਕੇ ਮਿਊਨਿਸਪਲ ਲੈਵਲ ਤੱਕ ਸਾਰੀ ਐਡਮਿਨਿਸਟ੍ਰੇਸ਼ਨ ਆਪਣੇ ਹੱਥ 'ਚ ਲੈ ਲਈ, ਪੂਰੀ ਡੀਸੈਂਟਰਲਾਈਜੇਸ਼ਨ ਆਫ ਪਾਵਰਸ ਕਰ ਲਈ। ਜਿਹੜੀਆਂ ਪੋਲੀਟੀਕਲ ਪਾਰਟੀਆਂ ਹੈ ਉਹਨਾਂ ਨੂੰ ਉੱਠ ਕੇ ਪੁੱਛਣਾ ਚਾਹੀਦਾ ਵੀ ਭਾਈ ਇਹ ਕੀ ਹੋ ਰਿਹਾ। ਲੇਕਿਨ ਕਿਉਂਕਿ ਤੁਹਾਡੇ ਆਪਸ 'ਚ ਕੰਟਰਡਿਕਸ਼ਨ, ਲੜਾਈਆਂ ਝਗੜੇ ਚੱਲ ਰਹੇ ਆ, ਉਹਦੇ ਵਿੱਚ ਰੂਲਿੰਗ ਪਾਰਟੀ ਫਾਇਦਾ ਲੈਂਦੀ ਹੈ। ਔਰ ਹਮੇਸ਼ਾ ਹੀ ਅਗਰ ਆਪੋਜੀਸ਼ਨ ਯੂਨਾਈਟਿਡ ਨਹੀਂ ਹੈ
ਕਿਉਂਕਿ ਆਪੋਜੀਸ਼ਨ ਪਹਿਰੇਦਾਰ ਹੁੰਦੇ ਆ ਲੋਕਤੰਤਰ ਦੀ। ਅਗਰ ਲੋਕਤੰਤਰ ਦੇ ਉੱਪਰ ਆਪੋਜੀਸ਼ਨ ਪਹਿਰਾ ਨਹੀਂ ਦੇਗੀ ਤਾਂ ਉਹ ਲੋਕਤੰਤਰ ਨਹੀਂ ਚੱਲ ਸਕੇਗਾ, ਜਾਂ ਉਹ ਉਸ ਤਰ੍ਹਾਂ ਦਾ ਚੱਲੇਗਾ ਜਿਵੇਂ ਆਪਾਂ ਦੇਖ ਰਹੇ ਹਾਂ ਵਿਧਾਨ ਸਭਾਵਾਂ ਦੇ ਵਿੱਚ ਜੋ ਹੁੰਦਾ ਹੈ। ਤੁਸੀਂ ਦੱਸੋ ਈਵਨ ਪਾਰਲੀਮੈਂਟ ਦੇ ਵਿੱਚ ਦੇਸ਼ ਦਾ ਬਜਟ 15 ਮਿੰਟ ਚ ਪਾਸ ਹੋ ਜਾਂਦਾ, ਕਿੰਨੇ ਲੱਖ ਕਰੋੜ ਦਾ ਬਜਟ ਹੈ ਜੀ, ਵਿਦਆਊਟ ਐਨੀ ਡਿਸਕਸ਼ਨ ਪਾਸ ਹੋ ਜਾਂਦਾ। ਤਾਂ ਉਹ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਸਾਨੂੰ ਇੱਕ ਨਿਗਾਰ ਵੱਲ ਲਿਜਾ ਰਹੀਆਂ, ਜਿਹੜਾ ਕਿ ਸਾਨੇ ਉਸ ਵੇਲੇ ਨਹੀਂ ਸੋਚਿਆ ਸੀਗਾ ਜਿਸ ਵੇਲੇ ਸਾਡਾ ਸੰਵਿਧਾਨ ਬਣਿਆ ਔਰ ਅਸੀਂ ਪਾਰਲੀਮੈਂਟਰੀ ਡੈਮੋਕ੍ਰੇਸੀ ਸ਼ੁਰੂ ਕੀਤੀ ਹੈ। ਜੇ ਇਹ ਸਾਰੀਆਂ ਚੀਜ਼ਾਂ, ਹੁਣ ਆਪਾਂ ਉਹ ਗੱਲ ਕਰ ਲਈ ਵੀ ਨਿੱਜੀ ਅਟੈਕ ਹੁੰਦੇ ਆ ਜੀ, ਪਰ ਤੁਹਾਨੂੰ ਲੱਗਦਾ ਵੀ ਜਿਹੜੇ ਪੁਰਾਣੇ ਆਗੂ ਸੀ, ਜੇ ਪਹਿਲਾਂ ਵਾਲੇ ਮੁੱਖ ਮੰਤਰੀਆਂ ਦੀ ਗੱਲ ਕਰਦੇ ਆ ਜਾਂ ਖਾਸ ਕਰਕੇ ਉਹ ਲੀਡਰ ਜਿਹੜੇ 47 ਵੇਲੇ ਵੱਡੇ ਅਹੁਦਿਆਂ ਤੇ ਬੈਠੇ, ਜਵਾਹਰ ਲਾਲ ਨਹਿਰੂ ਦੇ ਵਿੱਚ ਕੈਬਨਿਟ ਦੇ ਵਿੱਚ ਸ਼ਾਮਲ ਹੋਏ, ਉੱਥੋਂ ਹੀ ਥੋੜਾ ਜਿਹਾ ਪੰਜਾਬ ਦਾ ਢਾਂਚਾ ਗੜਬੜ ਹੋ ਗਿਆ ਆਪਦੇ ਨਿੱਜੀ ਹਿੱਤ ਖਾਤਰ, ਜਿਵੇਂ ਤੁਸੀਂ ਇੱਕ ਸ਼ਬਦ ਵਰਤਿਆ ਵੀ ਬਿਜ਼ਨਸ, ਵੀ ਅਸੀਂ ਆਪਦੇ ਬਿਜ਼ਨਸ ਨੂੰ ਜਾਂ ਆਪਦੇ ਕਿੱਤੇ ਨੂੰ ਜਾਂ ਆਪਦੇ ਕਾਰੋਬਾਰ ਨੂੰ ਕਿਵੇਂ ਵਧਾਉਣਾ, ਜਾਂ ਨਵਾਂ ਬਿਜ਼ਨਸ ਕਿਵੇਂ ਸੈੱਟ ਕਰਨਾ, ਚਾਹੇ ਉਹ ਬਿਜ਼ਨਸ ਬੱਸਾਂ ਵਾਲਾ ਹੋਵੇ, ਚਾਹੇ ਉਹ ਫਾਰਮ ਹਾਊਸ ਬਣਾਉਣ ਵਾਲਾ ਹੋਵੇ, ਚਾਹੇ ਬਾਹਰਲੇ ਮੁਲਕਾਂ 'ਚ ਤੇਲ ਪੰਪ ਵਾਲਾ ਹੋਵੇ। ਇੱਥੇ ਵੀ ਕਿਤੇ ਅਸੀਂ ਮਾਰ ਖਾ ਗਏ ਵੀ ਉਹੀ ਚੀਜ਼ ਆ, ਤੇ ਹੁਣ ਈਡੀਆਂ ਤੋਂ ਡਰਦੇ, IT ਦੀ ਰੇਡ ਤੋਂ ਡਰਦੇ ਹੋਏ ਤਾਂ ਅਸੀਂ ਬੋਲ ਵੀ ਨਹੀਂ ਰਹੇ। ਦੇਖੋ 2000 ਸਾਲ ਪਹਿਲਾਂ ਤੋਂ ਜੀ ਪਹਿਲਾਂ ਇੱਕ ਵਿਅਕਤੀ ਹੋਇਆ ਪਲੇਟੋ ਜੀ। ਪਲੇਟੋ ਨੇ ਇਹ ਗੱਲ ਕਹੀ ਕਿ ਜਿਨ੍ਹਾਂ ਕੋਲ ਰਾਜ ਸੱਤਾ ਹੋਊਗੀ ਉਹਨਾਂ ਕੋਲ ਬਿਜ਼ਨਸ ਨਹੀਂ ਹੋਏਗਾ ਜੀ, ਜਿਨ੍ਹਾਂ ਕੋਲ ਬਿਜ਼ਨਸ ਹੋਏਗਾ ਉਹਨਾਂ ਕੋਲ ਰਾਜ ਸੱਤਾ ਨਹੀਂ ਹੋਏਗੀ ਜੀ, ਕਿਉਂਕਿ ਅਦਰਵਾਈਜ਼ ਸੱਤਾ 'ਚ ਆ ਕੇ ਬੰਦਾ ਆਪਣੇ ਬਿਜ਼ਨਸ ਨੂੰ ਪ੍ਰਫੁੱਲਿਤ ਕਰਨ ਦੀ ਕੋਸ਼ਿਸ਼ ਕਰੇਗਾ, ਪਾਲਿਸੀ ਸਟੇਟ ਦੀ ਇਸ ਤਰ੍ਹਾਂ ਦੀ ਬਣਾਏਗਾ ਜੀ। ਔਰ ਅੱਜ ਵੀ ਉਹ ਚੀਜ਼ ਬਿਲਕੁਲ ਢੁਕਵੀਂ ਹੈ ਕਿ ਕੋਈ ਵੀ ਵਿਅਕਤੀ ਜਿਹੜਾ ਡੈਡੀਕੇਟਡ ਹੈ ਲੋਕਾਂ ਦੀ ਸਰਵਿਸ ਵਾਸਤੇ, ਆਪਾਂ ਕਹਿੰਦੇ ਰਾਜ ਨਹੀਂ ਸੇਵਾ ਜੀ, ਲੇਕਿਨ ਉਹ ਦਿਖਣਾ ਚਾਹੀਦਾ ਵੀ ਰਾਜ ਹੀ ਹੈ, ਮਤਲਬ ਸੇਵਾ ਹੀ ਅਸੀਂ ਕਰ ਰਹੇ ਹਾਂ, ਅਸੀਂ ਆਪਣੀ ਸੇਵਾ ਨਹੀਂ ਕਰ ਰਹੇ, ਜਨਤਾ ਦੀ ਸੇਵਾ ਕਰ ਰਹੇ ਹਾਂ। ਇਸ ਕਰਕੇ ਡੈਫੀਨੇਟਲੀ ਮੈਂ ਇਹ ਗੱਲ ਕਹੂੰਗਾ ਕਿ ਇੱਕ ਤਾਂ ਹੈਗਾ ਕਿ ਜਿੰਨੇ ਵੀ ਜ਼ਿਆਦਾਤਰ ਪੋਲੀਟੀਸ਼ੀਅਨਸ ਇਸ ਤਰ੍ਹਾਂ ਦੇ ਆ ਅੱਜ ਜਿਹੜੇ ਵੈਸੇ ਹੀ ਬੜੀ ਅਰਬਾਂਪਤੀ ਹੈ, ਬਿਲਕੁਲ ਆਮ ਆਦਮੀ ਅਗਰ ਚਾਹੇ ਕੋਈ ਰਾਜਨੀਤੀ 'ਚ ਆਉਣਾ ਜਾਂ ਕੋਈ MLA MP ਬਣਨਾ, ਉਹ ਪੋਸੀਬਲ ਨਹੀਂ ਹੈ। ਦੂਸਰੀ ਚੀਜ਼ ਇਹ ਹੈਗੀ ਹੈ ਕਿ ਇਹ ਸਾਰਾ ਕੁਝ ਝੂਠ ਦੇ ਉੱਪਰ ਡਿਪੈਂਡੈਂਟ ਹੈ ਜੀ। ਮੈਂ ਤੁਹਾਨੂੰ 2 ਐਗਜ਼ਾਮਪਲਸ ਦਿੰਦਾ। ਜਿਸ ਵੇਲੇ ਮੈਂ MLA ਦਾ ਇਲੈਕਸ਼ਨ ਲੜਦਾ ਜੀ, ਉਸ ਤੋਂ ਬਾਅਦ ਮੈंने ਇੱਕ ਸਰਟੀਫਿਕੇਟ ਦੇਣਾ ਇਲੈਕਸ਼ਨ ਕਮਿਸ਼ਨ ਨੂੰ ਕਿ ਮੈंने ਇੰਨੇ ਪੈਸੇ ਇਲੈਕਸ਼ਨ ਤੇ ਖਰਚ ਕੀਤੇ, ਜਿਹੜਾ ਕਿ ਬਿਲਕੁਲ ਝੂਠ ਹੁੰਦਾ, ਨਿਰਾ ਝੂਠ ਹੁੰਦਾ। ਕੋਈ ਵੀ MLA ਔਰ MP ਉਹਨੇ ਪੈਸੇ ਖਰਚ ਕੇ ਜਿੰਨਾ ਇਲੈਕਸ਼ਨ ਕਮਿਸ਼ਨ ਵੱਲੋਂ ਨਿਰਧਾਰਿਤ ਹੈ ਉਹ ਇਲੈਕਸ਼ਨ ਨਹੀਂ ਲੜ ਸਕਦਾ, ਕਿਉਂਕਿ ਜਿਸ ਤਰੀਕੇ ਦੇ ਨਾਲ ਪੈਸਾ ਫੁਰਾਤ ਨਾਲ ਖਰਚਿਆ ਜਾਂਦਾ ਹੈ ਔਰ ਹੰਡਾਇਆ ਜਾਂਦਾ ਹੈ। ਦੂਸਰੀ ਚੀਜ਼, ਜਿੰਨੀਆਂ ਪੋਲੀਟੀਕਲ ਪਾਰਟੀਆਂ ਹੈ ਉਹ ਇਹ ਗੱਲ ਕਰਦੀਆਂ ਹੈ ਕਿ ਸ਼ਕਤੀਆਂ ਦਾ ਵਿਕੇਂਦਰੀਕਰਨ ਹੋਣਾ ਚਾਹੀਦਾ, ਸ਼ਕਤੀਆਂ ਇੱਕ ਜਗ੍ਹਾ ਇਕੱਠੀਆਂ ਨਹੀਂ ਹੋਣੀ ਚਾਹੀਦੀਆਂ। ਜਿੰਨੀਆਂ ਵੀ ਪੋਲੀਟੀਕਲ ਪਾਰਟੀਆਂ ਹੈ ਉਹ ਸਾਰੀਆਂ ਦੀ ਇੰਟਰਨਲ ਡੈਮੋਕ੍ਰੇਸੀ ਕਿਤੇ ਨਹੀਂ ਹੈ, ਜ਼ਿਆਦਾਤਰ ਦੇ ਵਿੱਚ ਸ਼ਕਤੀਆਂ ਕੁਝ ਬੰਦਿਆਂ ਦੇ ਹੱਥ ਦੇ ਵਿੱਚ, ਹਰ ਪੋਲੀਟੀਕਲ ਪਾਰਟੀ ਦੇ ਵਿੱਚ ਜੀ। ਕਿੱਡਾ ਵੱਡਾ ਝੂਠ ਹੈ। ਤੁਸੀਂ ਕੁਝ ਕਰ ਰਹੇ ਹੋ ਔਰ ਤੁਸੀਂ ਕਹਿ ਰਹੇ ਹੋ ਜੀ ਅਸੀਂ ਪਾਰਲੀਮੈਂਟਰੀ ਡੈਮੋਕ੍ਰੇਸੀ ਚਲਾ ਰਹੇ ਹਾਂ, ਇੰਡੀਆ ਦੀ ਏਡੀ ਵੱਡੀ ਡੈਮੋਕ੍ਰੇਸੀ ਨੂੰ ਚਲਾ ਰਹੇ ਹਾਂ, ਇੱਥੇ 60 ਕਰੋੜ ਤੋਂ ਉੱਪਰ ਵੋਟਰ ਹੈ, ਲੇਕਿਨ ਪਾਰਟੀਆਂ ਦੇ ਅੰਦਰ ਡੈਮੋਕ੍ਰੇਸੀ ਹੈ ਨਹੀਂ। ਤੁਸੀਂ ਐਗਜ਼ਾਮਪਲ ਲਵੋ, ਕੱਲ ਜਿਹੜਾ ਹੈਗਾ ਇਹਨਾਂ ਨੇ ਆਮ ਆਦਮੀ ਪਾਰਟੀ ਨੇ ਅਪੁਆਇੰਟ ਕੀਤੇ ਹੈ ਜਿੰਨੇ ਵੀ ਅਹੁਦੇਦਾਰ ਅਪੁਆਇੰਟ ਕੀਤੇ, ਉਹ ਕਿਹਨੇ ਇੱਕ ਕਿਆ ਉਹ ਇਲੈਕਟਡ ਹੈ, ਨੋਮੀਨੇਟਡ ਹੈ ਨਾ, ਨਾਮਜ਼ਦ ਕਰਤੇ ਬਿਲਕੁਲ ਕਿ ਜੀ ਆ ਤੂੰ ਵਾਈਸ ਪ੍ਰੈਜ਼ੀਡੈਂਟ, ਤੂੰ ਵਾਈਸ ਔਰ ਫਿਰ ਗੱਲ ਇਹ ਹੈ ਉਹ ਜ਼ਿਆਦਾਤਰ ਉਹ ਹੈ ਜਿਹੜੇ ਆਲਰੇਡੀ MLA ਹੈ। ਜੇ ਤੁਸੀਂ ਇਹ ਕਹਿ ਰਹੇ ਹੋ ਜੀ ਇੱਕ ਬੰਦੇ ਕੋਲ ਇੱਕ ਪੋਜੀਸ਼ਨ ਹੋਊਗੀ ਤਾਂ ਫਿਰ ਤੁਸੀਂ ਉਹਨਾਂ ਬੰਦਿਆਂ ਨੂੰ ਦੁਬਾਰਾ ਪੋਜੀਸ਼ਨਾਂ ਕਿਉਂ ਦੀ ਜਾਂਦੇ? ਇਹਦਾ ਮਤਲਬ ਤੁਸੀਂ ਆਪਣੇ ਆਪ ਨੂੰ ਐਕਸਪੈਂਡ ਹੀ ਨਹੀਂ ਕਰਨਾ ਚਾਹੁੰਦੇ, ਹੋਰ ਕਿਸੇ ਨੂੰ ਵਿੱਚ ਇਨਕਲੂਡ ਹੀ ਨਹੀਂ ਕਰਨਾ ਚਾਹੁੰਦੇ। ਇਹ ਚੀਜ਼ਾਂ ਜਿਹੜੀਆਂ ਹੈਗੀਆਂ ਪਾਰਟੀਆਂ ਕਰਦੀਆਂ ਕੁਛ ਹੈ, ਆਈਡੀਓਲੋਜੀ ਕੁਛ ਕਹਿੰਦੀ ਹੈ। ਵੈਸੇ ਤਾਂ ਹੁਣ ਆਈਡੀਓਲੋਜੀ ਨਾਂ ਦੀ ਕੋਈ ਚੀਜ਼ ਪੋਲੀਟੀਕਲ ਪਾਰਟੀ 'ਚ ਰਹੀ ਨਹੀਂ ਜੀ। ਪੋਲੀਟੀਕਲ ਪਾਰਟੀਜ਼ ਦੇ ਵਿੱਚ ਹੁਣ ਇਹੀ ਹੈ ਕਿ ਮੈਂ ਸੱਤਾ ਦੇ ਵਿੱਚ ਕਿਵੇਂ ਆਉਣਾ ਹੈ ਤੇ ਕਿਵੇਂ ਬਣੇ ਰਹਿਣਾ ਹੈ। ਉਹਦੇ ਵਾਸਤੇ ਮੈਂ ਲੈਪਟਾਪ ਦੇਵਾਂ, ਉਹਦੇ ਵਾਸਤੇ ਮੈਂ ਸਾਈਕਲਾਂ ਦੇਵਾਂ, ਉਹਦੇ ਵਾਸਤੇ ਫ੍ਰੀ ਬਿਜਲੀ ਦੇਵਾਂ, ਉਹਦੇ ਵਾਸਤੇ ਫ੍ਰੀ ਪਾਣੀ ਦੇਵਾਂ, ਉਹਦੇ ਵਾਸਤੇ ਜੋ ਵੀ ਕਰਾਂ, ਬੱਸਾਂ ਨੂੰ ਫ੍ਰੀ ਕਰਤਾ ਜੀ ਜਨਤਾ ਵਾਸਤੇ। ਤੁਸੀਂ ਇਹ ਦੱਸੋ ਵੀ ਕਿਆ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਪੋਸੀਬਲ ਹੈ? ਮੈਂ ਕਿਸੇ ਵੀ ਸਟੇਟ ਚਲੇ ਜਾਓ, ਮੈਂ ਕਈ ਸਟੇਟਾਂ 'ਚ ਵਿਜ਼ਿਟ ਕਰਦਾ ਰਹਿਣਾ, ਹਰ ਸਟੇਟ ਦੇ ਵਿੱਚ ਉਹ ਕਹਿੰਦੇ ਜੀ ਸਾਡੇ ਕੰਨੀ 4 ਲੱਖ ਕਰੋੜ ਦਾ ਕਰਜ਼ਾ ਹੈ, ਉਹ ਕਹਿੰਦਾ 5 ਲੱਖ ਕਰੋੜ ਦਾ ਕਰਜ਼ਾ। ਜਿੱਡੀ ਵੱਡੀ ਸਟੇਟ ਹੈ ਸਾਡਾ ਜਿਹੜਾ ਹੈਗਾ ਛੋਟੀ ਜਿਹੀ ਸਟੇਟ ਹੈ, ਉਹਦੇ ਮੁਤਾਬਕ ਸਾਡਾ ਕਰਜ਼ਾ ਬਹੁਤ ਜ਼ਿਆਦਾ, ਸਾਡੀ ਤਾਂ ਬਹੁਤ ਛੋਟੀ ਸਟੇਟ ਹੈ।
ਔਰ ਉਹਦੇ ਵਿੱਚ ਅਗਰ ਤੁਸੀਂ ਦੇਖੋ ਪਰ ਵਿਅਕਤੀ ਅਗਰ ਆਪਾਂ ਕਰਜ਼ਾ, ਫਿਰ ਦੋ ਤਰ੍ਹਾਂ ਦੇ ਕਰਜ਼ੇ ਆ। ਇੱਕ ਤਾਂ ਸਟੇਟਾਂ ਦਾ ਕਰਜ਼ਾ, ਇੱਕ ਕੇਂਦਰ ਗਵਰਨਮੈਂਟ ਜਿਹੜੀ ਹੈਗੀ ਹੈ 1,47,000 ਕਰੋੜ ਰੁਪਇਆ, ਪਤਾ ਨਹੀਂ ਕਿੰਨਾ ਕਰਜ਼ਾ ਜਿਹੜਾ ਹੈਗਾ ਉਹ ਲੈ ਚੁੱਕੀ ਹੈ ਸੈਂਟਰ ਗਵਰਨਮੈਂਟ। ਉਹ ਵੀ ਕਰਜ਼ਾ ਲੋਕਾਂ ਪਰ ਹੀ ਹੈ, ਲੋਕਾਂ ਦੀ। ਉਹ ਕਰਜ਼ਾ ਜਿਹੜਾ ਹੈਗਾ ਪੋਲੀਟੀਸ਼ੀਅਨ ਤੇ ਹੈ ਨਹੀਂ। ਤਾਂ ਉਹ ਚੀਜ਼ ਜਿਹੜੀ ਹੈਗੀ ਹੈ ਦੇਖਦੇ ਹੋਏ ਸਬਸਿਡੀਜ਼ ਦਿਓ। ਸਾਡਾ ਸੰਵਿਧਾਨ ਕਹਿੰਦਾ ਵੀ ਇੱਕ ਸੋਸ਼ਲਿਸਟਿਕ ਪੈਟਰਨ ਹੋਣਾ ਚਾਹੀਦਾ, ਲੇਕਿਨ ਇਹ ਨਹੀਂ ਹੈ ਵੀ ਕੁਝ ਹੱਥਾਂ ਦੇ ਵਿੱਚ ਹੀ ਤੁਹਾਡੀ ਸਾਰੀ ਜਿਹੜੀ ਪੂੰਜੀ ਹੋਵੇ ਦੇਸ਼ ਦੀ, ਉਹ ਕੁਝ ਹੱਥਾਂ ਦੇ ਵਿੱਚ ਉਹ ਹੋ ਰਹੀ ਹੈ। ਆਕਸਫੈਮ ਦੀ ਰਿਪੋਰਟ ਕਲੀਅਰਲੀ ਇਹ ਗੱਲ ਕਹਿੰਦੀ ਹੈ ਕਿ ਸਿਰਫ ਕੁਝ ਲੋਕਾਂ ਦੇ ਕੋਲ 2 ਜਾਂ 10% ਲੋਕਾਂ ਕੋਲ 70-80% ਵੈਲਥ ਹੈਗੀ ਹੈ ਦੇਸ਼ ਦੀ, ਬਾਕੀ ਸਭ ਜਿਹੜੇ ਹੈਗੇ ਆ ਤੁਰੇ ਫਿਰਦੇ ਆ। ਔਰ ਕੋਵਿਡ ਦੇ ਬਾਅਦ ਤਾਂ ਹੋਰ ਵੀ ਬੁਰਾ ਹਾਲ ਹੋ ਗਿਆ, ਖਾਸ ਤੌਰ ਪਰ ਜਿਹੜਾ ਕਾਮਨ ਮੈਨ ਹੈ ਅਨਆਰਗੇਨਾਈਜ਼ਡ ਸੈਕਟਰ ਦੇ ਵਿੱਚ, ਉਹਦਾ ਵਿਚਾਰੇ ਦਾ ਬਹੁਤ ਬੁਰਾ ਹਾਲ ਹੋ ਗਿਆ। ਇਹ ਰਿਪੋਰਟ ਕਹਿੰਦੀ ਹੈ ਵੀ ਬਹੁਤ ਲੱਖਾਂ ਲੋਕ ਤਾਂ ਐਸੇ ਹੈ ਜਿਨ੍ਹਾਂ 'ਚ ਇਹ ਵੀ ਖਮਤਾ ਖਤਮ ਹੋ ਗਿਆ ਵੀ ਅਸੀਂ ਕੰਮ ਵਾਸਤੇ ਮੰਗ ਵੀ ਕਰੀਏ, ਯਾਨੀ ਕੰਮ ਦੀ ਮੰਗ ਕਰਨ ਜੋਗੇ ਵੀ ਨਹੀਂ ਰਹੇ, ਕਿਉਂਕਿ ਕੰਮ ਹੈ ਹੀ ਨਹੀਂ। ਕੁਝ ਲੋਕ, ਔਰ ਜਿਹੜੀ ਗਰੋਥ ਹੈ ਜੌਬਲੈਸ ਗਰੋਥ ਹੈ। ਆਪਾਂ ਕਹਿੰਦੇ ਜੀ 6% ਗਰੋਥ ਹੋ ਗਈ, 7% ਗਰੋਥ ਹੋ ਗਈ, ਲੇਕਿਨ ਜੌਬਸ ਕਿੱਥੇ ਹੈ? ਕਿਆ ਉਹ ਗਰੋਥ ਤੁਹਾਡੇ ਤੱਕ ਦੂਸਰੇ ਨੀਚੇ ਬੰਦਿਆਂ ਤੱਕ ਪਹੁੰਚਦੀ ਹੈ? ਨਹੀਂ, ਉਹ ਤਾਂ ਸਿਰਫ ਇਸ਼ਤਿਹਾਰਾਂ 'ਤੇ ਹੀ ਹੈ ਵੀ ਅਸੀਂ ਇੰਨੀਆਂ ਨੌਕਰੀਆਂ। ਇਹ ਚੀਜ਼। ਇੱਕ ਸਵਾਲ ਹੋਰ, ਜਿਹੜਾ ਤੁਸੀਂ ਗੱਲ ਕਰਦੇ ਨੇ ਕਿਹਾ ਵੀ ਜਿਵੇਂ ਆਮ ਆਦਮੀ ਦਾ MLA ਬਣਨਾ ਜਾਂ ਬਹੁਤ ਔਖਾ, ਪਰ ਇਹਨਾਂ ਨੇ ਤਾਂ ਬਣਾਏ ਆ ਹੁਣ ਜੀ ਬਹੁਤ ਸਾਰੇ 92 ਦੇ ਵਿੱਚ, ਸਾਰੇ ਆਮ ਹੀ ਨੇ। ਇਹ ਦੇਖੋ ਇੱਦਾਂ ਹੈਗਾ ਕਿ ਇਹ ਇੱਕ ਇਲੈਕਸ਼ਨ ਡਿਫਰੈਂਟ ਸੀਗਾ। ਮੈਂ ਇਨ ਜਨਰਲ ਗੱਲ ਕਰ ਰਿਹਾ। ਜੀ ਬਿਲਕੁਲ। ਮੈਂ ਇਨ ਜਨਰਲ, ਇਹ ਇਲੈਕਸ਼ਨ ਤਾਂ ਲੋਕਾਂ ਨੇ ਥਾਨ ਲਈ ਕਿ ਅਸੀਂ ਇੱਕ ਨਵਾਂ ਤਜਰਬਾ ਕਰਨਾ। ਉਹਦੇ ਵਿੱਚ ਜੋ ਵੀ ਖੜਿਆ ਉਹਨਾਂ ਨੇ ਲੋਕਾਂ ਨੇ ਜਿਤਾਤਾ ਜੀ। ਈਵਨ ਦਿੱਲੀ ਦੇ ਵਿੱਚ ਵੀ ਇਦਾਂ ਹੋਇਆ ਸੀ ਜੀ, ਕਿਉਂਕਿ ਲੋਕ, ਲੇਕਿਨ ਮੈਂ ਇਨ ਜਨਰਲ ਮੈਂ ਗੱਲ ਕਰ ਰਿਹਾ। ਤੁਸੀਂ ਜਿਹੜੀ ਰੈਸਲਿੰਗ ਫੈਡਰੇਸ਼ਨ ਦਾ ਪ੍ਰੈਜ਼ੀਡੈਂਟ ਜਿਹਦੇ ਅਗੇਂਸਟ ਸੈਕਸ਼ੂਅਲ ਹੈਰੈਸਮੈਂਟ ਦੀ ਇਲਜ਼ਾਮ ਲੱਗ ਰਿਹਾ ਹੈ, ਬ੍ਰਿਜਭੂਸ਼ਣ ਸ਼ਰਨ ਸਿੰਘ, ਤੁਸੀਂ ਉਹਦੇ ਦੇਖੋ ਕਿੱਡੀ ਵੱਡੀ ਅੰਪਾਇਰ ਹੈ ਜੀ। ਬਿਲਕੁਲ ਹੈ, 50 ਦੇ ਕਰੀਬ ਤਾਂ ਉਹਦੇ ਕਾਲਜਿਸ ਔਰ ਸਕੂਲਸ ਹੈਗੇ ਆ, ਹੋਰ ਪਤਾ ਨਹੀਂ ਉਹਦੇ ਹੈਲੀਕਾਪਟਰ ਖੜੇ ਆ ਵਗੈਰਾ। ਤਾਂ ਉਹ ਉਸ ਤਰ੍ਹਾਂ ਦੇ ਲੋਕ ਜਿਹੜੇ ਹੈਗੇ ਆ, ਉਹ 5-5 6-6 ਕਨਸਟੀਚੁਐਂਸੀਆਂ ਦੇ ਉੱਪਰ ਉਹਨਾਂ ਦਾ ਪੂਰਾ ਕਬਜ਼ਾ ਹੈਗਾ। ਪੋਲੀਟੀਕਲ ਪਾਰਟੀਜ਼ ਵਾਸਤੇ ਬੜੇ ਇੰਪੋਰਟੈਂਟ ਹੈ। ਉਹਨਾਂ ਪਰ ਕੋਈ ਇਲਜ਼ਾਮ ਮਿਲਾ ਕਿ ਪੋਲੀਟੀਕਲ ਪਾਰਟੀ ਡਰਦੀ ਹੈ ਉਹਨਾਂ ਪਰ ਐਕਸ਼ਨ ਲੈਂਦੀ। ਹੁਣ ਉਹੀ ਚੀਜ਼ ਹੋ ਰਹੀ ਹੈ ਨਾ ਜੀ। ਬਿਲਕੁਲ ਇਸੇ ਤਰੀਕੇ ਦੇ ਨਾਲ ਬਹੁਤ ਬੜੇ ਬੜੇ ਅਸੀਂ ਧਨਾਟ ਬੈਠੇ ਆ, ਜਾਂ ਜਿਹੜੇ ਕਾਰਪੋਰੇਟ ਹੈ ਉਹਨਾਂ ਨੂੰ ਫੰਡਿੰਗ ਕਰਦਾ। ਇਹ ਵੀ ਹੈ, ਕਾਰਪੋਰੇਟ ਫੰਡਿੰਗ ਕਰਦਾ ਹੈ ਕੈਂਡੀਡੇਟਸ ਨੂੰ, ਉਹਦੇ ਮੁਤਾਬਕ ਉਹ ਇਲੈਕਸ਼ਨਾਂ ਦੇ ਵਿੱਚ ਜਾਂਦੇ ਆ, ਵਿਚਰਦੇ ਆ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ, ਪੈਸੇ ਦਾ ਖੇਲ ਤਾਂ ਹੈ। ਦੇਖੋ ਜਿਹੜਾ ਆਪਾਂ ਕਹਿੰਦੇ ਨਾ 2 ਨੰਬਰ ਦਾ ਪੈਸਾ ਜੀ, ਬਲੈਕ ਮਨੀ, ਸਭ ਤੋਂ ਜ਼ਿਆਦਾ ਬਲੈਕ ਮਨੀ ਦਾ ਖੇਲ ਇਲੈਕਸ਼ਨ 'ਚ ਹੁੰਦਾ ਹੈ। ਔਰ ਸਭ ਤੋਂ ਜ਼ਿਆਦਾ ਜਨਰੇਟ ਉਸ ਤੋਂ ਬਾਅਦ ਇਲੈਕਸ਼ਨ ਦੇ ਬਾਅਦ ਬਲੈਕ ਮਨੀ ਹੁੰਦੀ ਹੈ। ਤੁਸੀਂ ਦੇਖੋ ਕਿੰਨੀ ਇੰਡੀਵਿਜੂਅਲ ਫੰਡਿੰਗ ਕਿੰਨੀ ਹੁੰਦੀ ਹੈ ਕੈਂਡੀਡੇਟਸ ਨੂੰ, ਕਿਤੇ ਕੋਈ ਲੇਖਾ ਜੋਖਾ ਉਹਦਾ। ਉਹ ਸਾਰਾ ਫਿਰ ਜਿਸ ਵੇਲੇ ਮੈਂ ਜਿੱਤ ਗਿਆ, ਉਸ ਤੋਂ ਬਾਅਦ ਜਿਹਨੇ ਫੰਡਿੰਗ ਕੀਤੀ ਹੈ, ਕੋਈ ਆੜਤੀਆ ਆ ਗਿਆ, ਕੋਈ ਬਿਜ਼ਨਸਮੈਨ ਆ ਗਿਆ, ਕੋਈ ਕੁਛ ਆ ਗਿਆ, ਨੈਚੁਰਲੀ ਮੈਂ ਉਹਨਾਂ ਨੂੰ ਪੱਖ ਪੂਰੂੰਗਾ, ਚਾਹੇ ਉਹ ਠੀਕ ਹੈ ਚਾਹੇ ਗਲਤ ਹੈ ਜੀ। ਇਹ ਹੋ ਰਿਹਾ, ਆਪਾਂ ਸਭ ਦੇਖਦੇ ਹਾਂ। ਔਰ ਅੱਜ ਤੋਂ ਨਹੀਂ ਹੋ ਰਿਹਾ, ਬੜੀ ਦੇਰ ਦਾ ਹੋ ਰਿਹਾ। ਅਸੀਂ ਸੋਚਦੇ ਹੁੰਦੇ ਸੀਗੇ ਛੋਟੇ ਹੁੰਦੇ ਕਿ ਜੀ ਦੇਖੋ ਪੋਲੀਟੀਕਲੀ ਤਾਂ ਉਹ ਬੰਦਾ ਬਹੁਤ ਤਕੜਾ ਸਮਰਥਕ ਥਾ, ਲੇਕਿਨ MLA ਜਾ ਕੇ ਬੈਠ ਗਿਆ ਫਲਾਣੇ ਇੰਡਸਟਰੀਸਟ ਦੇ ਘਰੇ, ਉਹਦੇ ਤੋਂ, ਲੇਕਿਨ ਉਹਨੇ ਫੰਡਿੰਗ ਕੀਤੀ ਹੁੰਦੀ ਹੈ ਜੀ। ਬਿਲਕੁਲ ਉਹਦੀ ਫੰਡਿੰਗ ਦੇ ਬਿਨਾਂ ਉਹ ਜਿੱਤ ਨਹੀਂ ਸਕਦਾ। ਮੈਂ ਤਾਂ ਵੋਟ ਪਾ ਕੇ ਘਰ ਨੂੰ ਆ ਜਾਊਂਗਾ, ਮੈਂ 4 ਨਾਅਰੇ ਲਾ ਦੂੰਗਾ, ਲੇਕਿਨ ਜਿੱਥੋਂ ਪੈਸਾ ਆਉਂਦਾ ਔਰ ਉਹ ਜਿਹੜਾ ਹੈਗਾ ਉਹ ਸਾਰਾ ਪੈਸਾ ਅਨਅਕਾਊਂਟਡ ਵੈਲਥ ਹੈ, ਕਿਉਂਕਿ ਉਹ ਵੈਲਥ ਦੀ ਕਿਤੇ ਕੋਈ ਨਾ MLA ਜਾਂ MP ਜਿਹੜਾ ਇਲੈਕਸ਼ਨ ਲੜਦਾ ਨਾ ਉਹਦਾ ਕੋਈ ਲੇਖਾ ਜੋਖਾ। ਫਿਰ ਉਹ ਝੂਠ ਬੋਲ ਕੇ ਜੋ ਉਹ ਦਿੰਦਾ ਸਰਟੀਫਿਕੇਟ ਕਿ ਹਾਂ ਜੀ ਮੇਰੇ ਤਾਂ ਇੰਨੇ ਪੈਸੇ ਖਰਚ ਹੋਏ, ਦੈਟਸ ਆਲ। ਤਾਂ ਹੀ ਕਈ ਵੱਡੇ ਲੋਕ ਸਾਰੀਆਂ ਪਾਰਟੀਆਂ ਨੂੰ ਫੰਡ ਦਿੰਦੇ ਆ ਵੀ ਜਿੱਥੇ ਦਾ ਲੱਗਿਆ ਲੁੱਟ ਕਰ ਲਾਂਗੇ। ਬਿਲਕੁਲ। ਪਰ ਜਾਂਦੇ ਜਾਂਦੇ ਬਸ ਮੇਰਾ ਇੱਕ ਲਾਸਟ ਸਵਾਲ ਆ, ਜਿਹੜੇ ਵਿਰੋਧੀ ਧਿਰ ਦੇ ਵਿੱਚ ਵੱਡੇ ਲੀਡਰ ਨੇ, ਜੇ ਖਾਸ ਕਰਕੇ ਆਪਾਂ ਡਿਪਟੀ CM ਜਿਹੜੇ ਐਕਸ ਨੇ, ਸੁਖਬੀਰ ਸਿੰਘ ਬਾਦਲ, ਉਹ ਖੇਤਰੀ ਪਾਰਟੀ ਦੇ ਪ੍ਰਧਾਨ ਵੀ ਨੇ, ਪ੍ਰਤਾਪ ਸਿੰਘ ਬਾਜਵਾ ਦੀ ਗੱਲ ਕਰ ਲਈ, ਉਹ LOP ਵੀ ਨੇ, ਅਮਰਿੰਦਰ ਸਿੰਘ ਰਾਜਾ ਵੜਿੰਗ, ਉਹ ਇੱਕ ਨੈਸ਼ਨਲ ਪਾਰਟੀ ਦੇ ਇੱਥੇ ਕਾਂਗਰਸ ਦੀ ਨੁਮਾਇੰਦਗੀ ਕਰਦੇ ਨੇ। ਇਹ ਜਿਹੜੇ ਲੋਕ ਨੇ, ਨਵਜੋਤ ਸਿੰਘ ਸਿੱਧੂ ਦੀ ਵੀ ਗੱਲ ਆਉਂਦੀ ਆ, ਉਹ ਜਿਹੜੀਆਂ ਇੱਕ ਤਸਵੀਰਾਂ ਆਈਆਂ, ਚਲੋ ਜੱਫੀਆਂ ਵੀ ਪੈ ਗਈਆਂ, ਸਾਰਾ ਕੁਝ ਹੋ ਗਿਆ, ਪਰ ਤੁਹਾਨੂੰ ਲੱਗਦਾ ਹੈਗਾ ਵੀ ਉਹ ਉੱਥੇ ਖੜੇ ਨੇ, ਜਾਂ ਉਹਨਾਂ ਨੇ ਵੀ ਜਿਵੇਂ ਸੋਸ਼ਲ ਮੀਡੀਆ ਤੇ ਅੱਜ ਕੋਈ ਨੌਜਵਾਨ ਉੱਠ ਕੇ
ਜੇ ਉਹ ਹਾਸੀ ਮਜ਼ਾਕ ਵਾਲੇ ਵਿਅੰਗ ਕਰ ਰਿਹਾ ਜਾਂ ਉਦਾਂ ਦੀਆਂ ਚੀਜ਼ਾਂ ਨੂੰ ਹੀ ਉਹ ਸੀਰੀਅਸ ਲੈਣ ਲੱਗੇ ਵੀ ਉਹ ਚੀਜ਼ ਹੀ ਅਸੀਂ ਕਰਨੀ ਆ ਕਿ ਸਟੇਟ ਲਈ ਸੋਚਣਾਗਾ ਕਿ ਬਸ ਨਿੱਜੀ ਦੇਖਣਾਗਾ? ਦੇਖੋ, ਪਰਸਨਲ ਲੈਵਲ ਤੇ ਅਟੈਕ ਜਾਂ ਜਿਹਨੂੰ ਆਪਾਂ ਕਹਿੰਦੇ ਆ ਕਿੱਚੜ ਉਛਾਲਣਾ, ਉਹ ਤਾਂ ਨਹੀਂ ਹੋਣਾ ਚਾਹੀਦਾ, ਚਾਹੇ ਸੋਸ਼ਲ ਮੀਡੀਆ, ਚਾਹੇ ਰੈਗੂਲਰ ਮੀਡੀਆ, ਚਾਹੇ ਉਹ। ਲੇਕਿਨ ਵਿਅੰਗ ਜਿਹੜਾ ਹੈਗਾ ਉਹ ਪੋਲੀਟੀਕਲ ਡਿਸਕੋਰਸ ਦਾ ਪਾਰਟ ਹੈ। ਹੈਲਦੀ ਵਿਅੰਗ ਇਹ ਪੋਲੀਟੀਕਲ ਡਿਸਕੋਰਸ ਦਾ ਪਾਰਟ ਹੈ, ਕਿਉਂਕਿ ਵਿਅੰਗ ਜਿਹੜਾ ਹੈਗਾ ਉਹ ਸਾਡੀ ਸ਼ੈਲੀ ਦਾ ਇੱਕ ਬੜਾ ਇੰਪੋਰਟੈਂਟ ਕੰਪੋਨੈਂਟ ਹੈ ਜੀ। ਕਿਸੇ ਨੂੰ ਮਜ਼ਾਕ ਕਰਨਾ, ਕਿਸੇ ਨੂੰ ਆਪਾਂ ਨੇ ਤੰਜ਼ ਕਰਨਾ, ਇਹ ਸਾਰੀਆਂ ਚੀਜ਼ਾਂ ਚੱਲਦੀਆਂ ਹਨ। ਲੇਕਿਨ ਉਹਦਾ ਜਵਾਬ ਵੀ ਤੰਜ਼ ਦੇ ਵਿੱਚ, ਉਹਦਾ ਜਵਾਬ ਇਹ ਨਹੀਂ ਹੈ ਕਿ ਮੈਨੇ ਤੰਜ਼ ਕਰਤਾ ਕਿ ਤੈਨੇ ਪੁਲਿਸ ਭੇਜਤੀ, ਈਡੀ ਭੇਜਤੀ ਮੇਰੇ। ਹੋ ਇਹੀ ਰਿਹਾ ਕਿ ਵੀ ਹੁਣ ਜਿਵੇਂ ਕਿ ਟਵਿੱਟਰ ਵਾਲਿਆਂ ਨੇ ਅੱਜ ਕਿਹਾ, ਦੱਸਿਆ ਉਹਨਾਂ ਨੇ, ਹਾਂਜੀ, ਕਿ ਡਿਊਰਿੰਗ ਫਾਰਮਰਸ ਦਾ ਪ੍ਰੋਟੈਸਟ ਹੋ ਰਿਹਾ ਸੀਗਾ, ਸਾਨੂੰ ਕਹਿੰਦੇ ਜੀ ਅਸੀਂ ਤੁਹਾਡੇ ਪਰ ਪੂਰਾ ਉਹ ਕਰ ਦਾਂਗੇ, ਤੁਹਾਡੇ EMPLOYEES ਵੀ ਉਹ ਤੁਹਾਡਾ ਦਫ਼ਤਰ ਸ਼ਟ ਡਾਊਨ ਕਰ ਦਾਂਗੇ, ਉਹ ਸਾਰਾ ਕੁਝ। ਉਹ ਕਿਉਂ ਹੈ? ਕਿਉਂਕਿ ਜਿਹੜੇ ਵੀ ਸੱਤਾਧਾਰੀ ਲੋਕ ਹੈ, ਚਾਹੇ ਉਹ ਕੇਂਦਰ ਦੇ ਵਿੱਚ ਹੈ ਚਾਹੇ ਸਟੇਟ ਦੇ ਵਿੱਚ ਹੈ, ਉਹ ਆਪਣੇ ਖਿਲਾਫ ਕੁਝ ਸੁਣਨਾ ਨਹੀਂ ਚਾਹੁੰਦੇ, ਜਦਕਿ ਹੈਲਦੀ ਕ੍ਰਿਟਿਸਿਜ਼ਮ ਔਰ ਸੈਲਫ ਕ੍ਰਿਟਿਸਿਜ਼ਮ ਇਜ਼ ਦਾ ਬੈਸਟ ਕ੍ਰਿਟਿਸਿਜ਼ਮ, ਇਹ ਕਿਹਾ ਜਾਂਦਾ ਹੈ ਜੀ, ਆਪਣੇ ਆਪ ਨੂੰ ਆਲੋਚਨਾ ਕਰਨੀ। ਔਰ ਅਗਰ ਆਲੋਚਨਾ ਨਹੀਂ ਹੈ ਤਾਂ ਡੈਮੋਕ੍ਰੇਸੀ ਡਿਵੈਲਪ ਨਹੀਂ ਹੋ ਸਕਦੀ। ਪਰ ਇੱਥੇ ਤਾਂ ਇਹਨਾਂ ਨੇ ਮਰਿਆਦਾ ਸੈੱਟ ਲਈ, ਹੈਲਦੀ ਤਾਂ ਪਤਾ ਹੀ ਨਹੀਂ ਕਿ ਨਿੱਜੀ ਅਟੈਕ ਜਾਂ ਉਹ ਲੱਗ ਨਹੀਂ ਰਿਹਾ ਵੀ ਇਹ ਇੰਨੇ ਸਾਲ ਤੋਂ ਰਾਜਨੀਤੀ ਕਰ ਰਹੇ। ਉਹ ਚੀਜ਼ ਜਿਹੜੀ ਹੈਗੀ ਹੈ ਕਿਸੇ ਵੀ ਚੰਗੇ ਲੋਕਤੰਤਰ ਵਾਸਤੇ ਠੀਕ ਨਹੀਂ ਹੈ। ਅੱਛੇ ਲੋਕਤੰਤਰ ਦੇ ਵਿੱਚ ਇਹ ਸਾਰਾ ਕੁਝ ਹੋਣਾ ਚਾਹੀਦਾ। ਮੈਨੂੰ ਮੇਰੀਆਂ ਕਮੀਆਂ ਪਤਾ ਹੋਣੀਆਂ ਚਾਹੀਦੀਆਂ, ਹਰ ਵਿਅਕਤੀ ਨੂੰ ਆਪਣੀ ਕਮੀ ਪਤਾ ਹੋਣੀ ਚਾਹੀਦੀ ਹੈ, ਕਿਉਂਕਿ ਉਹਦੇ ਵਿੱਚੋਂ ਹੀ ਸੁਧਾਰ ਨਿਕਲਦਾ ਜੀ। ਅਦਰਵਾਈਜ਼ ਕੋਈ ਸੁਧਾਰ ਨਹੀਂ ਨਿਕਲੇਗਾ, ਸਭ ਲੋਕ ਚੁੱਪ ਕਰ ਜਾਣਗੇ। ਜਿਵੇਂ ਕਿ ਅੱਜ ਆਪਾਂ ਦੇਖ ਰਹੇ ਹਾਂ ਡੈਮੋਕ੍ਰੇਸੀ ਦੇ ਵਿੱਚ ਆਪਣਾ ਗ੍ਰਾਫ ਨੀਚੇ ਜਾ ਰਿਹਾ ਹੈ, ਜਿਹੜੀ ਆਪਣੀ ਫਰੀडम ਆਫ ਪ੍ਰੈਸ ਹੈ ਉਹਦੇ ਵਿੱਚ ਆਪਣਾ ਗ੍ਰਾਫ ਨੀਚੇ ਜਾ ਰਿਹਾ ਕੰਟਰੀ ਦਾ, ਕਿਉਂਕਿ ਤੁਸੀਂ ਆਪਣੇ ਖਿਲਾਫ ਕੁਝ ਸੁਣਨਾ ਨਹੀਂ ਚਾਹੁੰਦੇ ਜੀ। ਜਦ ਕਿ ਹਰ ਵਿਅਕਤੀ, ਹਰ ਜਿਹੜਾ ਸਿਆਣਾ ਫਿਲਾਸਫਰ ਜਾਂ ਵਿਅਕਤੀ ਇਹ ਗੱਲ ਕਹਿ ਰਿਹਾ ਕਿ ਜਿਹੜੀ ਤੁਹਾਡੀ ਵਾਰਤਾਲਾਪ ਹੈ, ਕੰਟਰਾਡਿਕਸ਼ਨ ਹੈ, ਵਿਰੋਧਾਭਾਸ ਹੈ, ਉਹਦੇ ਵਿੱਚੋਂ ਹੀ ਨਵੇਂ ਆਯਾਮ ਨਿਕਲਦੇ ਹਨ। ਉਹ ਵਿਰੋਧਾਭਾਸ ਹੋਣਾ ਚਾਹੀਦਾ ਔਰ ਲੋਕਾਂ ਵਾਸਤੇ ਹੋਣਾ ਚਾਹੀਦਾ, ਸਟੇਟ ਵਾਸਤੇ ਹੋਣਾ ਚਾਹੀਦਾ, ਵਿਅਕਤੀ ਆਪਣੇ ਵਾਸਤੇ ਨਹੀਂ ਹੋਣਾ ਚਾਹੀਦਾ ਜੀ। ਇਹ ਡੈਫੀਨਿਟ ਹੈ ਜੀ। ਇਹ ਨਹੀਂ ਹੈ ਕਿ ਤੁਸੀਂ ਆਪਣੇ ਆਪ ਨੂੰ ਅੱਗੇ ਲੈ ਕੇ ਚੱਲੋ। ਲੋਕਾਂ ਦਾ ਜਿਹੜਾ ਹੈਗਾ ਇੰਟਰਸਟ, ਸਟੇਟ ਦਾ ਇੰਟਰਸਟ, ਉਹ ਅੱਗੇ ਹੋਣਾ ਚਾਹੀਦਾ, ਨਾ ਕਿ ਤੁਹਾਡਾ ਵਿਅਕਤੀਗਤ ਇੰਟਰਸਟ। ਅਖੀਰ ਤੇ ਜਾਂਦੇ ਜਾਂਦੇ ਡਾਕਟਰ ਸਾਹਿਬ ਮੇਰਾ ਲਾਸਟ ਸਵਾਲ ਆ ਵੀ ਜਿਹੜੇ ਨੌਜਵਾਨ ਸਾਡਾ ਆਪਣਾ ਇਹ ਗੱਲਬਾਤ ਸੁਣ ਰਹੇ ਆ, ਪ੍ਰੋਗਰਾਮ ਸੁਣ ਰਹੇ ਆ, ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਜਿਹੜੇ ਰਾਜਨੀਤੀ 'ਚ ਆਉਣਾ ਚਾਹੁੰਦੇ ਆ ਜਾਂ ਰੁਚੀ ਰੱਖਦੇ ਆ? ਵੀ ਉਹ ਕਹਿੰਦੇ ਆ ਵੀ ਸਾਨੂੰ ਵੀ ਗੱਲਬਾਤ ਕਰਦੇ ਨੇ ਬਹੁਤ ਸਾਰੇ ਲੋਕ, ਬਹੁਤ ਸਾਰੇ ਚੈਨਲਾਂ ਦੇ, ਵੀ ਅਖੀਰ ਦੇ ਵਿੱਚ ਉਹ ਦੱਸ ਕੇ ਨਹੀਂ ਜਾਂਦੇ ਵੀ ਅਸੀਂ ਕਿੱਧਰ ਨੂੰ ਜਾਈਏ, ਅਸੀਂ ਕਿਹਦੇ ਘਰੇ ਬੈਠੀਏ ਜਾਂ ਕਿਹਦੇ ਮੂੰਹ ਕਣੀ ਝਾਕੀਏ। ਦੇਖੋ, ਮੈਂ ਇੱਕ ਰਾਜਨੀਤੀ ਸ਼ਾਸਤਰ ਦਾ ਸਟੂਡੈਂਟ ਹਾਂ ਔਰ ਸਾਰੀ ਉਮਰ ਰਾਜਨੀਤੀ ਸ਼ਾਸਤਰ ਪੜ੍ਹਾਇਆ ਜੀ। ਮੈਂ ਹਮੇਸ਼ਾ ਬੱਚਿਆਂ ਨੂੰ ਵੀ ਇਹ ਗੱਲ ਕਹਿਣਾ ਕਿ ਸਾਡੀ ਜਿਹੜੀ ਗਵਰਨੈਂਸ ਹੈ ਦੇਸ਼ ਦੀ, ਉਹਦਾ ਬੇਸ ਲੋਕਤੰਤਰ ਹੈ। ਔਰ ਅਗਰ ਤੁਸੀਂ ਲੋਕਤੰਤਰ ਦੇ ਬਾਰੇ, ਆਪਣੇ ਕੰਟਰੀ ਦੇ ਬਾਰੇ, ਆਪਣੇ ਸਰਕਾਰਾਂ ਦੇ ਬਾਰੇ, ਸਰਕਾਰਾਂ ਦੀ ਪਾਲਿਸੀਜ਼ ਬਾਰੇ ਅਵੇਅਰ ਨਹੀਂ ਹੋ, ਜਾਗਰੂਕ ਨਾਗਰਿਕ ਜਿਹਨੂੰ ਆਪਾਂ ਕਿਹਾ ਜਾਂਦਾ ਜੀ, ਜਾਗਰੂਕ ਨਾਗਰਿਕ ਜਿਹੜਾ ਹੈਗਾ ਉਹ ਸੇਧ ਦਿੰਦਾ ਸਮਾਜ ਨੂੰ ਵੀ, ਉਹ ਸੇਧ ਦਿੰਦਾ ਸਰਕਾਰਾਂ ਨੂੰ ਵੀ। ਲੇਕਿਨ ਆਪਾਂ ਇਹ ਸੋਚਦੇ ਹਾਂ ਵੀ ਮੈਨੇ ਵੋਟ ਪਾਤੀ ਉਸ ਤੋਂ ਬਾਅਦ ਮੈਂ ਘਰੇ ਬੈਠਾ, ਉਹ ਚੀਜ਼ ਨਹੀਂ ਹੈ। ਵੋਟ ਪਾਉਣਾ ਇੱਕ ਛੋਟੀ ਜਿਹੀ ਰਿਸਪੌਂਸਿਬਿਲਿਟੀ ਹੈ, ਉਸ ਤੋਂ ਵੱਡੀ ਰਿਸਪੌਂਸਿਬਿਲਿਟੀ ਇਹ ਹੈ ਕਿ ਆਪਣੇ ਆਪ ਨੂੰ ਇੱਕ ਜਾਗਰੂਕ ਰੱਖਣਾ ਔਰ ਸਰਕਾਰ ਦੇ ਉੱਪਰ ਜਿਹਨੂੰ ਕਹਿੰਦੇ ਨੱਥ ਪਾ ਕੇ ਰੱਖਣਾ, ਤਾਂ ਕਿ ਸਰਕਾਰਾਂ ਜਿਹੜੀਆਂ ਹੈਗੀਆਂ ਉਹ ਉਸ ਤਰ੍ਹਾਂ ਦੇ ਫਾਲਤੂ ਫੈਸਲੇ ਨਾ ਲੈਣ, ਬੇਕਾਰ ਫੈਸਲੇ ਨਾ ਲੈਣ, ਉਹ ਫੈਸਲੇ ਜਨਤਾ ਦੇ ਹੱਕ ਦੇ ਵਿੱਚ ਹੋਣ, ਲੋਕਾਂ ਦੇ ਹੱਕ ਦੇ ਵਿੱਚ ਹੋਣ। ਦੂਸਰੀ ਗੱਲ ਇਹ ਹੈਗੀ ਹੈ, ਮੈਂ ਹਮੇਸ਼ਾ ਬੱਚਿਆਂ ਨੂੰ ਕਹਿਣਾ ਕਿ ਕਈ ਵਾਰ ਆਪਾਂ ਨੂੰ ਇੱਦਾਂ ਲੱਗਦਾ ਹੈ ਕਿ ਚੀਜ਼ਾਂ ਜਿਹੜੀਆਂ ਹੈਗੀਆਂ ਹੱਦ ਤੋਂ ਬਾਹਰ ਜਾ ਚੁੱਕੀਆਂ, ਹੁਣ ਉਹ ਠੀਕ ਨਹੀਂ ਹੋ ਸਕਦੀਆਂ। ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ। ਪੇਸ਼ੈਂਸ ਰੱਖੋ ਔਰ ਚੀਜ਼ਾਂ ਠੀਕ ਹੋਣਗੀਆਂ, ਔਰ ਉਹ ਚੀਜ਼ਾਂ ਠੀਕ ਕਰਨ ਦੀ ਜ਼ਿੰਮੇਵਾਰੀ ਵੀ ਤੁਹਾਡੇ ਉੱਪਰ ਹੀ ਹੈ, ਕਿਸੇ ਨੇ ਉੱਪਰੋਂ ਨਹੀਂ ਕਰਨਾ ਆ ਕੇ ਜੀ, ਤੁਹਾਡੇ ਉੱਪਰ ਜ਼ਿੰਮੇਵਾਰੀ ਹੈ। ਉਹਦੇ ਵਾਸਤੇ ਬੈਸਟ ਇਹ ਹੈਗਾ ਕਿ ਤੁਸੀਂ ਆਪਣੇ ਆਪ ਨੂੰ ਰਾਜਨੀਤੀ ਦੇ ਨਾਲ, ਰਾਜਨੀਤਿਕ ਪ੍ਰਣਾਲੀ ਦੇ ਨਾਲ ਜਿਹੜੀ ਗਤੀਵਿਧੀਆਂ ਉਹਦੇ ਨਾਲ ਜੋੜ ਕੇ ਰੱਖੋ ਔਰ ਉਹਨਾਂ ਦੇ ਬਾਰੇ ਜੋ ਕੁਝ ਤੁਸੀਂ ਸੋਚਦੇ ਆ ਉਹ ਓਪਨਲੀ ਕਹੋ। ਜਿੰਨੀ ਓਪਨ ਸੁਸਾਇਟੀ ਹੋਏਗੀ
ਉਨੀ ਹੈਲਦੀ ਸੁਸਾਇਟੀ ਹੋਏਗੀ। ਜੀ ਡਾਕਟਰ ਸਾਹਿਬ ਤੁਸੀਂ ਸਮਾਂ ਦਿੱਤਾ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ। ਸੋ ਇਹ ਸੀ ਡਾਕਟਰ ਮੁਹੰਮਦ ਖਾਲਿਦ। ਰਾਜਨੀਤੀ ਬਾਰੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਸੋਚਦੇ ਨੇ ਜਾਂ ਇਹਨਾਂ ਦੇ ਤਜਰਬੇ ਤੋਂ ਇਹਨਾਂ ਨੇ ਤੁਹਾਡੇ ਸਨਮੁਖ ਰੱਖੀਆਂ। ਅੱਗੇ ਫੇਰ ਹਾਜ਼ਰ ਹੋਵਾਂਗੇ ਕਿਸੇ ਹੋਰ ਖਾਸ ਸ਼ਖਸੀਅਤ ਦੇ ਨਾਲ। ਹੁਣ ਆਪਣੇ ਦੋਸਤ ਰਤਨਦੀਪ ਸਿੰਘ ਧਾਲੀਵਾਲ ਨੂੰ ਦਿਓ ਇਜਾਜ਼ਤ। ਦੇਖਦੇ ਰਹੋ ਟਾਕ ਵਿਦ ਰਤਨ। ਤੁਸੀਂ ਆਪਣਾ ਸਮਾਂ ਦਿੱਤਾ ਜੀ, ਧੰਨਵਾਦ।